ਵਾਹਿਗੁਰੂ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰ ਗੋਬਿੰਦ ਸੁਭ ਮਤ ਪ੍ਰਕਾਸਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰੰਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਤ, ਬੰਦੋਂ ਕੈ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਦੋਹਰਾ, ਹੰਤਾ ਮਮਤਾ ਜਿਨ ਤਜੀ। ਹਰਖ ਸ਼ੋਕ ਇਕ ਸਾਰ, ਤਿਨ ਸੰਤਨ ਕਰ ਬੰਦਨਾ। ਕਰਹੁ ਕਥਾ ਉਚਾਰ, ਹੰਤਾ ਮਮਤਾ ਜਿਨ ਤਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਛਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਾਧ ਸੰਗਤ ਜੀਓ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਇਸ ਕਲਯੁਗ ਦੇ ਸਮੇਂ ਵਿੱਚ ਸਰੀਰ ਦੇ ਵਿੱਚ ਪ੍ਰਗਟ ਹੋ ਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੀ ਪ੍ਰਾਪਤੀ ਦਾ ਸਿੱਧਾ ਰਸਤਾ ਮਹਾਰਾਜ ਨੇ ਬਖਸ਼ਿਸ਼ ਕੀਤਾ। ਹਜੂਰ ਪਾਤਸ਼ਾਹ ਅੰਤਰਜਾਮੀ ਹਨ, ਸਰਬ ਕਲਾ ਸਮਰੱਥ ਨੇ। ਆਪ ਜੀ ਤੱਕਦੇ ਹਨ ਕਿ ਐਸੇ ਐਸੇ ਇਲਾਕੇ ਨੇ ਜਿਨ੍ਹਾਂ ਜਿਨ੍ਹਾਂ ਇਲਾਕਿਆਂ ਦੇ ਵਿੱਚ ਕੋਈ ਰੱਬ ਦੇ ਨਾਂ ਨੂੰ ਜਾਣਦਾ ਹੀ ਨਹੀਂ, ਔਰ ਕੋਈ ਬੰਦੇ ਜਾਂ ਰਾਜੇ ਮਹਾਰਾਜੇ ਹੀ ਆਪਣੇ ਆਪ ਨੂੰ ਰੱਬ ਬਣਾ ਕੇ ਦੁਨੀਆ ਤੋਂ ਪੂਜਾ ਕਰਾਉਂਦੇ। ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਉਹਨਾਂ ਥਾਵਾਂ 'ਤੇ ਪੁੱਜ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਜਿੱਥੇ ਜਿੱਥੇ ਕੋਈ ਟਿਕਿਆ ਸੀ, ਕੋਈ ਰਿੱਧੀ ਸਿੱਧੀ ਦੇ ਨਾਲ, ਜਿਸ ਤਰ੍ਹਾਂ ਅਸੀਂ ਇਤਿਹਾਸ 'ਚੋਂ ਦੇਖ ਰਹੇ ਹਾਂ, ਕੋਈ ਸੂਰਜ ਦਾ ਮੰਤਰ ਸਿੱਧ ਕਰਕੇ ਤੇ ਉਹਦੇ ਨਾਲ ਹੀ ਆਪਣਾ ਖਾਣਾ ਪਕਾ ਕੇ ਖਾਂਦੇ। ਉਹਨਾਂ ਲੋਕਾਂ ਨੂੰ ਕੋਈ ਪਤਾ ਨਹੀਂ ਅੰਨ ਕੀ ਹੁੰਦਾ ਤੇ ਹੋਰ ਕੀ ਹੁੰਦਾ। ਜਾਂ ਜਿਹੜੇ ਲੋਕ ਕੋਈ ਸਾਧੂ ਸਰੇਵੜੇ, ਉਹੀ ਮੰਤਰ ਪੜ੍ਹ ਕੇ ਮੀਂਹ ਪਵਾ ਦਿੰਦਾ, ਦੁਨੀਆ ਉਹਨੂੰ ਰੱਬ ਮੰਨੀ ਜਾਂਦੀ। ਕਈ ਰਾਜੇ ਮਹਾਰਾਜੇ ਹੀ ਇਸ ਤਰ੍ਹਾਂ ਦੇ ਮਾੜੀ ਮੋਟੀ ਸਿੱਧੀ ਕਰਕੇ ਰਾਜ ਭਾਗ ਪੁਸ਼ਤਾਂ ਤੋਂ ਕਰੀ ਆ ਰਹੇ ਸਨ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਪਹੁੰਚ ਕਰਕੇ ਇਹੋ ਜਿਹਾ ਢੰਗ ਵਰਤਾਇਆ। ਗੁਰੂ ਨਾਨਕ ਦੇ ਪ੍ਰਚਾਰ ਦਾ ਤਰੀਕਾ ਬੜਾ ਅਨੋਖਾ ਹੈ।
ਸਤਿਗੁਰੂ ਪਾਤਸ਼ਾਹ ਜਾ ਕੇ ਕਿਸੇ ਸਾਂਝੀ ਥਾਂ ਤੇ ਬੈਠ ਜਾਂਦੇ ਨੇ, ਸਿੱਧੇ ਕਦੇ ਕਿਸੇ ਕੋਲ ਨਹੀਂ ਗਏ। ਤੇ ਕੌਤਕ ਇਹੋ ਜਿਹਾ ਕਰਨਾ ਹੈ, ਭਾਵੇਂ ਕੋਈ ਰਾਜਾ ਮਹਾਰਾਜਾ ਹੈ, ਭਾਵੇਂ ਕੋਈ ਪੀਰ ਫਕੀਰ ਹੈ, ਭਾਵੇਂ ਕੋਈ ਸਿੱਧ ਪੁਰਸ਼ ਹੈ, ਉਹ ਆਪ ਚੱਲ ਕੇ ਗੁਰੂ ਚਰਨਾਂ 'ਚ ਆਵੇ। ਇਹੋ ਜਿਹਾ ਕੌਤਕ ਗੁਰੂ ਸਾਹਿਬ ਕਰਦੇ। ਇਉਂ ਮੇਰੀ ਸ਼ਕਤੀ ਸੰਪੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ਾਂ ਕੀਤੀਆਂ ਨੇ। ਮੇਰੇ ਸਤਿਗੁਰੂ ਪਾਤਸ਼ਾਹ ਪਹਾੜੀ ਇਲਾਕੇ ਦੇ ਇੱਕ ਦੇਸ਼ ਵਿੱਚ ਗਏ ਨੇ। ਉੱਥੋਂ ਦਾ ਰਾਜਾ ਜਿਹੜਾ ਸੀ, ਮਾੜਾ ਪ੍ਰਭਾਵ ਪਾਈ ਬੈਠਾ ਸੀ ਦੁਨੀਆ 'ਤੇ। ਸਾਹਿਬ ਗੁਰੂ ਪਾਤਸ਼ਾਹ ਬੈਠ ਗਏ, ਸੋ ਸੰਗਤਾਂ ਨੇ ਆ ਕੇ ਦਰਸ਼ਨ ਦੀਦਾਰ ਕੀਤਾ। ਜੇ ਹੁਣ ਮਹਾਰਾਜ ਨੇ ਕੌਤਕ ਵਰਤਾਇਆ, ਕੋਈ ਵੀ ਚੀਜ਼, ਜੇ ਕੋਈ ਪ੍ਰਸ਼ਾਦਾ ਲਿਆਉਂਦਾ ਹੈ, ਕੋਈ ਵਸਤੂ ਲਿਆਉਂਦਾ ਹੈ, ਤੇ ਮਹਾਰਾਜ ਕਿਸੇ ਦੀ ਰਾਈ ਮਾਤਰ ਚੀਜ਼ ਲੈਂਦੇ ਨੇ, ਸਭ ਦਾ ਤਿਆਗ ਕਰੀ ਜਾਂਦੇ ਨੇ। ਜਦੋਂ ਆਣ ਕੇ ਲੋਕ ਬੈਠਦੇ ਨੇ, ਉਹਨਾਂ ਨੂੰ ਸ਼ੁਭ ਉਪਦੇਸ਼, ਪਰਮੇਸ਼ਵਰ ਦੀਆਂ ਸਿਫਤਾਂ ਕੀਰਤਨ ਕਰਕੇ ਬਾਣੀ ਦਾ ਸ਼ਬਦ ਸੁਣਾਉਂਦੇ, ਦੁਨੀਆ ਦਾ ਪਿਆਰ ਬਣਿਆ। ਗੁਰੂ ਨਾਨਕ ਪਾਤਸ਼ਾਹ ਜੀ ਦੇ ਤਿਆਗ ਦੀ ਸ਼ੋਭਾ ਜਿਹੜੀ ਫਿਰ ਰਾਜੇ ਕੋਲ ਲੋਕਾਂ ਜਾ ਕੇ ਕੀਤੀ। ਰਾਜਾ ਗੁਰੂ ਚਰਨਾਂ ਦੇ ਵਿੱਚ ਬੜੀਆਂ ਭੇਟਾਂ ਲੈ ਕੇ ਆਇਆ। ਮਹਾਰਾਜ ਨੇ ਕਿਹਾ ਵੀ ਸਾਡੇ ਕਿਸੇ ਕੰਮ ਨਹੀਂ। ਤੇ ਰਾਜਾ ਕਹਿੰਦਾ, ਮਹਾਰਾਜ ਭਈ ਤੁਸੀਂ ਮੇਰੇ ਤੇ ਖੁਸ਼ ਨਹੀਂ ਜਦੋਂ ਤੱਕ ਮੇਰੇ ਕੋਲ ਕੋਈ ਭੇਟਾ ਨਹੀਂ ਲੈਂਦੇ। ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਭੇਟਾ ਤਾਂ ਸਿੱਖੀ ਧਾਰਨ ਕਰ, ਮਾੜੇ ਕੰਮ ਛੱਡ ਦੇ। ਭੂਟਾਨ ਦੇਸ਼ ਦਾ ਰਾਜਾ ਲਿਖਿਆ ਹੈ। ਗੁਰੂ ਚਰਨਾਂ 'ਚ ਸਿੱਖ ਬਣਿਆ, ਗੁਰੂ ਦਾ ਅੰਮ੍ਰਿਤ ਛਕਿਆ, ਚਰਨ ਧੋ ਕੇ ਅੰਮ੍ਰਿਤ ਛਕਾਇਆ, ਸਿੱਖ ਬਣ ਗਿਆ। ਇਹਨੇ ਫਿਰ ਅਰਦਾਸ ਕੀਤੀ। ਮਹਾਰਾਜ ਕਹਿੰਦੇ ਵੀ ਦੱਸ ਤੈਨੂੰ ਜਿਸ ਦੀ ਲੋੜ ਹੈ। ਕਹਿੰਦਾ ਮਹਾਰਾਜ ਵੀ ਮੇਰੇ ਦੇਸ਼ ਦੇ ਵਿੱਚ ਜਾਂ ਤਾਂ ਉੱਨ ਹੁੰਦੀ ਹੈ, ਇੱਥੇ ਮਹਾਰਾਜ ਹੋਰ ਅੰਨ ਨਹੀਂ ਹੁੰਦਾ ਕੋਈ, ਤੇ ਇਸ ਤਰੀਕੇ ਦੇ ਨਾਲ ਤੇ ਕਿਰਪਾ ਕਰੋ ਮਹਾਰਾਜ ਭਈ ਇੱਥੇ ਕੋਈ ਕਪਾਹਾਂ ਤੇ ਹੋਰ ਇਸ ਤਰ੍ਹਾਂ ਦੀਆਂ ਫਸਲਾਂ ਹੋਣ ਜਿਹਦੇ ਨਾਲ ਪ੍ਰਜਾ ਸੁਖੀ ਵਸੇ। ਗੁਰੂ ਸਾਹਿਬ ਨੇ ਵਰ ਦਿੱਤਾ ਕਿ ਮਹਾਰਾਜ ਕਹਿੰਦੇ ਵੀ ਤੇਰੇ ਇਲਾਕੇ ਸਭ ਕੁਝ ਹੋਵੇਗਾ। ਧਰਮਸਾਲ ਬਣਵਾ ਕਰਕੇ ਜਿੱਥੇ ਜਾਂਦੇ ਗੁਰੂ ਸਾਹਿਬ ਜੀ ਉੱਥੇ ਗੁਰਦੁਆਰਾ ਬਣਾਉਂਦੇ, ਉੱਥੇ ਆਪ ਜੀ ਕੀਰਤਨ ਕਥਾ ਦਾ ਪ੍ਰਵਾਹ ਚਲਾ ਕੇ ਸੰਗਤਾਂ ਨੂੰ ਜੋੜਦੇ। ਉੱਥੇ ਇਹੋ ਜਿਹੇ ਗੁਰਸਿੱਖ ਤਿਆਰ ਕਰ ਦਿੰਦੇ ਜਿਹੜੇ ਫਿਰ ਉਸ ਨਿਯਮ ਨੂੰ ਪਾਲਦੇ ਰਹਿਣ। ਇਉਂ ਮਹਾਰਾਜ ਨੇ ਸਤ ਸੰਗਤ ਦਾ, ਪਰਮੇਸ਼ਵਰ ਦੇ ਨਾਮ ਸਿਮਰਨ ਦਾ, ਵਾਹਿਗੁਰੂ ਦੀਆਂ ਸਿਫਤਾਂ ਦਾ ਜਿਹੜਾ ਇਸ ਤਰ੍ਹਾਂ ਪ੍ਰਵਾਹ ਚਲਾ ਕੇ ਮੇਰੇ ਸਤਿਗੁਰੂ ਬਖਸ਼ਿਸ਼ਾਂ ਕਰਦੇ। ਫਿਰ ਹਜ਼ੂਰ ਪਾਤਸ਼ਾਹ ਜੀ ਦਾ ਅਸੀਂ ਤੱਕਿਆ ਇਲਾਕੇ ਵਿੱਚ ਗਏ ਨੇ, ਪਹਾੜ ਦੇ ਵਿੱਚ। ਉਸ ਇਲਾਕੇ ਦੇ ਵਿੱਚ ਕੋਈ ਅੰਨ ਉਤਕ ਨਹੀਂ ਹੁੰਦਾ, ਤੇ ਉੱਥੇ ਦਾ ਅਸੂਲ ਹੈ ਵੀ ਕੋਈ ਸੰਤ ਮਹਾਤਮਾ ਆਵੇ ਤੇ ਉਹਦੀ ਸੇਵਾ ਕਰਨੀ, ਵੀ ਜਿਹੜਾ ਸਭ ਤੋਂ ਪਹਿਲਾਂ ਦਰਸ਼ਨ ਕਰੇ ਉਹੀ ਉਹਦੀ ਸੇਵਾ ਕਰੇ। ਤੇ ਉਹਨਾਂ ਲੋਕਾਂ ਦਾ ਖਾਜਾ ਕੀ ਸੀ? ਉਹਨਾਂ ਨੇ ਕਹਿੰਦੇ ਵੀ ਆਪਣੇ ਦੁੰਬੇ ਪਾਲੇ ਹੋਏ ਸਨ, ਜਿੱਦਾਂ ਭੇਡਾਂ ਪਾਲੀ ਦੀਆਂ, ਪਹਾੜੀ ਪਸ਼ੂ, ਉਹਨਾਂ ਨੂੰ ਪਾਲਣਾ ਤੇ ਉਹੀ ਮਾਰ ਕੇ ਇੱਕ ਪੱਥਰ ਥੱਲੇ ਰੱਖਣਾ, ਇੱਕ ਉੱਪਰ ਰੱਖਣਾ, ਤੇ ਉਹਦੇ ਵਿੱਚ ਮਾਸ ਰੱਖ ਕਰਕੇ ਤੇ ਸੂਰਜ ਦਾ ਮੰਤਰ ਪੜ੍ਹਨਾ। ਉਹਨਾਂ ਨੇ ਇਸ ਪ੍ਰਕਾਰ ਪੌਣੇ 4 ਘੰਟੇ, ਸਵਾ ਪਹਿਰ ਲਿਖਿਆ ਹੈ, ਸਵਾ ਪਹਿਰ ਮੰਤਰ ਦਾ ਜਾਪ ਕਰਨਾ, ਤੇ ਉਹ ਪੱਕ ਜਾਂਦਾ ਸੀ ਤੇ ਉਹੀ ਖਾਣਾ, ਤੇ ਜੇ ਕੋਈ ਆਵੇ ਉਹਨੂੰ ਖਵਾਓ। ਸੋ ਇੱਕ ਇਆਲੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਕਹਿਣ ਲੱਗਾ ਮਹਾਰਾਜ ਭਈ ਮੈਂ ਤੁਹਾਡਾ ਸੇਵਾ ਕਰਨੀ, ਭੋਜਨ ਛਕਾਉਣਾ। ਮਹਾਰਾਜ ਕਹਿੰਦੇ ਠੀਕ ਆ, ਤਿਆਰ ਕਰ। ਉਹਨੇ ਆਪਣੇ ਢੰਗ ਨਾਲ ਤਿਆਰ ਕਰਕੇ ਜਦੋਂ ਗੁਰੂ ਸਾਹਿਬ ਦੇ ਮੂਹਰੇ ਰੱਖਿਆ ਲਿਆਣ ਕੇ, ਤੇ ਮਹਾਰਾਜ ਕਹਿੰਦੇ ਵੀ ਇਸ ਦੀਆਂ ਹੱਡੀਆਂ ਤੇ ਇਸ ਦੀ ਖੱਲ ਵੀ ਲਿਆ। ਸਭ ਕੁਝ ਲਿਆ ਦਿੱਤਾ। ਮੇਰੇ ਸਤਿਗੁਰੂ ਪਾਤਸ਼ਾਹ ਨੇ ਹੁਕਮ ਕੀਤਾ, ਉੱਠ ਭਾਈ ਦੁੰਬੇ, ਉੱਠ ਕੇ ਹਰਾ ਘਾਹ ਚਾਰਨਾ ਸ਼ੁਰੂ ਕਰ ਦੇ। ਉਹ ਜਿਹਨੂੰ ਮਾਰਿਆ ਸੀ ਮਹਾਰਾਜ ਜਿਉਂਦਾ ਕਰਤਾ, ਉਹ ਘਾਹ ਚੁਗਣ ਲੱਗ ਗਿਆ। ਉਹ ਜਿਹੜਾ ਪਾਲੀ ਸੀ ਉਹਨਾਂ ਨੂੰ ਪਾਲਣ ਵਾਲਾ ਇਆਲੀ ਜਿਹੜਾ ਸੀ, ਬੜਾ ਹੈਰਾਨ ਹੋਇਆ ਵੀ ਮਹਾਰਾਜ ਤੇ ਬਹੁਤ ਸ਼ਕਤੀਆਂ ਵਾਲੇ ਨੇ। ਇਉਂ ਮੇਰੇ ਸਤਿਗੁਰੂ ਜੀ ਦੀ ਸੋਭਾ ਜਿਹੜੀ ਇਸ ਤਰੀਕੇ ਨਾਲ ਹੋਈ। ਮਹਾਰਾਜ ਕਹਿੰਦੇ ਜਾ ਕੋਈ ਸ਼ਾਹੂਕਾਰ ਜੋ ਤੁਹਾਡਾ ਹੈ ਕੋਈ ਨਗਰ ਦਾ, ਉਹਨੂੰ ਲਿਆ ਬੁਲਾ ਕੇ। ਉਸ ਨੂੰ ਮਹਾਰਾਜ ਦੇ ਕੋਲ ਲਿਆਂਦਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਲੋਕਾਂ ਨੂੰ ਗੁਰਸਿੱਖੀ ਦਾ ਦਾਨ ਬਖਸ਼ਿਆ ਤੇ ਹੁਕਮ ਕੀਤਾ ਅੰਨ ਲਿਆਓ। ਤੋ ਇਹ ਗਿਆ ਹੈ ਸਾਰੇ ਨਗਰ ਦੇ ਵਿੱਚੋਂ ਇੱਕ ਸੇਰ ਕਣਕ ਜਿਹੜੀ ਸੀ ਇਹਨਾਂ ਨੂੰ ਕਿਤੋਂ ਲੱਭੀ ਹੈ, ਘਰਾਂ ਘਰਾਂ ਜੋ ਇਕੱਠੀ ਕਰਕੇ ਲਿਆਂਦੀ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਉਸ ਇਲਾਕੇ ਦੇ ਵਿੱਚ। ਮਹਾਰਾਜ ਕਹਿੰਦੇ ਵੀ ਇਹ ਹੁਣ ਕਣਕ ਨੂੰ ਬੀਜ ਦਿਓ। ਦੱਸਿਆ ਤਰੀਕ ਪਈ ਇੱਦਾਂ ਧਰਤੀ ਨੂੰ ਗੁੱਡ ਕਰਕੇ ਉਹਦੇ 'ਚ ਬੀਜ ਪਾਓ। ਤੋ ਗੁਰੂ ਸਾਹਿਬ ਦੀ ਬਰਕਤ ਸੀ, ਸੋ ਛੇਤੀ ਖੇਤੀ ਉੱਗ ਗਈ, ਛੇਤੀ ਪੱਕ ਗਈ। ਇਹ ਬਹੁਤ ਸਾਰਾ ਮਹਾਰਾਜ ਨੇ ਫਿਰ ਉਹਨਾਂ ਢੰਗ ਦੱਸਿਆ, ਅੰਨ ਬਹੁਤ ਸਾਰਾ ਹੋ ਗਿਆ। ਕਹਿੰਦੇ ਹੁਣ ਇਸ ਨੂੰ ਫਿਰ ਬੀਜ ਦਿਓ, ਹੁਣ ਸਭਨਾ ਜੋਗਾ ਹੋ। ਹਜ਼ੂਰ ਨੇ ਉਹ ਵਰ ਦਿੱਤਾ, ਗੁਰੂ ਸਿੱਖੀ ਦਾਨ ਬਖਸ਼ਿਆ। ਭਾਵ ਹੈ ਕਹਿਣ ਤੋਂ
ਕਿ ਐਸੇ ਐਸੇ ਇਲਾਕਿਆਂ 'ਚ ਪੁੱਜ ਕੇ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਗੁਰਸਿੱਖੀ ਸਿਖਾ ਰਹੇ ਨੇ, ਸਿੱਖਿਆ ਦੇ ਰਹੇ ਨੇ, ਰੱਬ ਦਾ ਨਾਮ ਜਪਾਉਂਦੇ ਹਨ, ਪਰਮੇਸ਼ਵਰ ਦੇ ਸਿਫਤਾਂ ਦੱਸਦੇ ਨੇ, ਵਾਹਿਗੁਰੂ ਮੰਤਰ, ਮੂਲ ਮੰਤਰ ਦਾ ਜਾਪ, ਗੁਰਬਾਣੀ ਦੇ ਸ਼ਬਦ, ਕਥਾ ਕੀਰਤਨ ਦਾ ਪ੍ਰਵਾਹ ਚਲਾਉਂਦੇ ਨੇ। ਇਉਂ ਗੁਰੂ ਨਾਨਕ ਸਾਹਿਬ ਬਖਸ਼ਿਸ਼ਾਂ ਕਰ ਰਹੇ ਨੇ। ਆਓ ਪਿਆਰ ਪੂਰਵਕ ਜਿਵੇਂ ਅੱਗੇ ਪ੍ਰਸੰਗ ਕਵੀ ਜੀ ਲਿਖ ਰਹੇ ਨੇ, ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਸ ਹੈ, ਪਿਆਰ ਪੂਰਵਕ ਸਰਵਣ ਕਰੀਏ, ਗੁਰੂ ਚਰਨਾਂ 'ਚ ਮਨ ਜੋੜਦੇ ਹੋਏ ਮੁਖ ਨੂੰ ਪਵਿੱਤਰ ਕਰੀਏ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਹੰਤਾ ਮਮਤਾ ਜਿਨ ਤਜੀ। ਸੋ ਪ੍ਰਸੰਗ ਸ਼ੁਰੂ ਕਰਨ ਤੋਂ ਪਹਿਲਾਂ ਸੋ ਕਵੀ ਜੀ ਸੋ ਗੁਰਸਿੱਖ ਦਾ ਮੰਗਲ ਕਰਦੇ ਨੇ, ਚੰਗੇ ਜੀਵਨ ਵਾਲੇ। ਕਹਿੰਦੇ ਜਿਨ੍ਹਾਂ ਨੇ ਹੰਕਾਰ ਤੇ ਮਮਤਾ ਮੋਹ ਜਿਹੜਾ ਤਿਆਗ ਦਿੱਤਾ ਹੈ ਮਨਾਂ ਵਿੱਚੋਂ, ਹਰਖ ਸੋਕ ਇਕਸਾਰ। ਜਿਨ੍ਹਾਂ ਵਾਸਤੇ ਖੁਸ਼ੀ ਤੇ ਗਮੀ ਬਰਾਬਰ ਹੀ ਹੈ, ਇਹੋ ਜਿਹੀ ਉੱਚੀ ਅਵਸਥਾ ਦੇ ਜੋ ਮਾਲਕ ਹਨ, ਤਿਨ ਸੰਤਨ ਕਰ ਬੰਦਨਾ। ਇਹੋ ਜਿਹੇ ਸੰਤਾਂ ਦੇ ਕਹਿੰਦੇ ਚਰਨਾਂ ਤੇ ਮੈਂ ਨਮਸਕਾਰ ਕਰਦਾ ਹਾਂ। ਕਰਹੂੰ ਕਥਾ ਉਚਾਰ। ਕਵੀ ਸੰਤੋਖ ਸਿੰਘ ਕਹਿੰਦੇ ਮੈਂ ਧੰਨ ਗੁਰੂ ਨਾਨਕ ਸਾਹਿਬ ਦੀ ਕਥਾ ਹੁਣ ਉਚਾਰਦਾ ਹਾਂ ਜੀ। ਸ੍ਰੀ ਬਾਲਾ ਸੰਦਰ ਬਾਚ। ਬਾਲਾ ਜੀ ਸੰਧੂ ਗੋਤ ਵਾਲੇ ਗੁਰੂ ਸਾਹਿਬ ਦੇ ਚਰਨ ਸੇਵਕ ਕਥਨ ਕਰਦੇ ਹਨ। ਚੌਪਈ ਸੁਨ ਸ੍ਰੀ ਅੰਗਦ ਜਨ ਮਨ ਰੰਜਨ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਆਪਣੇ ਦਾਸਾਂ ਸੇਵਕਾਂ ਦੇ ਮਨਾਂ ਨੂੰ ਖੁਸ਼ੀ ਦੇਣ ਵਾਲੇ ਸਤਿਗੁਰੂ ਜੀ। ਕਥਾ ਸੁਣੋ ਗੁਰੂ ਨਾਨਕ ਸਾਹਿਬ ਮਹਾਰਾਜ ਦੀ। ਗੁਰੂ ਅੰਗਦ ਦੇਵ ਸਾਨੂੰ ਕਥਾ ਸੁਣਾਉਂਦੇ ਭਾਈ ਬਾਲਾ ਜੀ। ਗਮਨੇ ਗੁਰੂ ਦੀਨ ਦੁਖ ਭੰਜਨ। ਗਰੀਬਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਲੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਇਸ ਪ੍ਰਕਾਰ ਕਿਰਪਾ ਕਰਦੇ ਹਨ। ਜਾਏ ਪਹਾਰਨ ਕਰਤੇ ਸੈਲਾ। ਇਉਂ ਪਹਾੜੀ ਇਲਾਕਿਆਂ 'ਚ ਪਹਾੜਾਂ ਦੀ ਸੈਲ ਕਰਦੇ ਹੋਏ ਗੁਰੂ ਸਾਹਿਬ ਜੀ ਗਏ ਹਨ ਅੱਗੇ। ਚੱਲ ਹੈ ਸੁਗਮ ਅਗਮ ਜੋ ਗੈਲਾ। ਜਿਹੜੇ ਗੈਲ ਰਸਤੇ ਬੜੇ ਕਠਨ ਸੀ, ਸੌਖੇ ਹੀ ਗੁਰੂ ਸਾਹਿਬ ਜਾ ਰਹੇ ਹਨ। ਜੋ ਕਸ਼ਮੀਰ ਕਹਾਵਤ ਦੇਸਾ। ਇਹ ਜਿਹੜਾ ਕਸ਼ਮੀਰ ਦਾ ਦੇਸ਼ ਹੈ, ਪਹਾੜੀ ਇਲਾਕਾ ਹੈ ਜੋ, ਤਹਾਂ ਜਾਏ ਪਹੁੰਚੇ ਜਗਤੇਸਾ। ਜਗਤ ਈਸ਼ਵਰ ਧੰਨ ਗੁਰੂ ਨਾਨਕ ਮਹਾਰਾਜ ਜੀ ਕਸ਼ਮੀਰ ਦੇ ਇਲਾਕੇ ਵਿੱਚ ਜਾ ਪਹੁੰਚੇ ਹਨ। ਇੱਕ ਪਹਾੜ ਇੱਕ ਪੁਰੀ ਸਮੀਪਾ। ਇੱਕ ਪਹਾੜ ਦੇਖਿਆ ਜੋ ਨਗਰੀ ਦੇ ਨੇੜੇ ਹੈ। ਮੇਰੇ ਹਜੂਰ ਪਾਤਸ਼ਾਹ ਜੀ ਤੱਕ ਕੇ ਉਸ ਨੂੰ ਬੈਠ ਗਏ ਬੇਦੀ ਕੁਲ ਦੀਪਾ। ਬੇਦੀ ਕੁਲ ਦੇ ਦੀਪਕ ਪ੍ਰਕਾਸ਼ਨ ਵਾਲੇ ਗੁਰੂ ਨਾਨਕ ਸਾਹਿਬ ਜੀ ਉੱਥੇ ਬੈਠੇ ਹਨ। ਦਵਾ 10 ਬਾਸੁਰ ਤਹਾਂ ਬਿਤਾਏ। ਤੇ 12 ਦਿਨ ਮੇਰੇ ਗੁਰੂ ਸਾਹਿਬ ਜੀ ਉੱਥੇ ਬੈਠੇ ਰਹੇ ਨੇ ਆਰਾਮ ਦੇ ਨਾਲ। ਕੋ ਨਾ ਆਇਓ ਨਹਿ ਕਿਨਹੁ ਬੁਲਾਏ। ਨਾ ਕੋਈ ਆਇਆ ਮਹਾਰਾਜ ਦੇ ਕੋਲ ਤੇ ਨਾ ਕਿਸੇ ਨੇ ਬੁਲਾਇਆ ਗੁਰੂ ਸਾਹਿਬ ਜੀ ਨੂੰ। ਤ੍ਰਿਉ 10ਵਾਂ ਦਿਨ ਜਬ ਉਜਿਆਰਾ। ਜਦੋਂ 13ਵੇਂ ਦਿਨ ਸੂਰਜ ਪ੍ਰਕਾਸ਼ ਹੋਇਆ, ਦਿਨ ਚੜ੍ਹਿਆ, ਤਬ ਇੱਕ ਆਇਓ ਦੁੰਬਨ ਚਾਰਾ। ਤਾਂ ਉਸ ਵੇਲੇ ਦੁੰਬਿਆਂ ਨੂੰ ਚਾਰਨ ਵਾਲਾ ਇੱਕ ਕੋਈ ਪਾਲੀ ਅਯਾਲੀ ਆਇਆ ਹੈ। ਹਮ ਕੋ ਬੈਠੇ ਪਿਖ ਬਿਸਮਾਨਿਓ। ਭਾਈ ਬਾਲਾ ਜੀ ਕਹਿੰਦੇ ਵੀ ਸਾਨੂੰ ਬੈਠਿਆਂ ਨੂੰ ਦੇਖ ਕੇ ਬੜਾ ਹੈਰਾਨ ਹੋਇਆ ਉਹ। ਬਹੁਰੋ ਮੁਖ ਦੁਰ ਬਚਨ ਬਖਾਨਿਓ। ਤੇ ਵੇਖ ਕਰਕੇ ਤੇ ਕਹਿੰਦੇ ਬੜੇ ਮਾੜੇ ਬਚਨ ਬੋਲੇ ਸਤਿਗੁਰਾਂ ਨੂੰ। ਕੋ ਤੁਮ ਬੈਠੇ ਬੀਚ ਉਜਾਰਾ। ਕਹਿੰਦਾ ਤੁਸੀਂ ਕੌਣ ਹੋ, ਇੱਥੇ ਜੰਗਲ 'ਚ ਉਜਾੜ 'ਚ ਬੈਠੇ ਹੋਏ ਜੋ। ਅਹੋ ਚੋਰ ਕਿਦੋਂ ਬਟ ਪਾਰਾ। ਜਾਂ ਤੁਸੀਂ ਚੋਰ ਹੋ ਤੇ ਜਾਂ ਤੁਸੀਂ ਰਾਹ ਮਾਰ ਡਾਕੂ ਹੋ। ਕਹੇ ਤੋ ਤੱਕੋ ਮਾਲ ਲੈ ਜਾਣੇ। ਤੇ ਤੁਸੀਂ ਇੱਥੇ ਲੁਕ ਕੇ ਤੱਕ ਰਹੇ ਹੋ ਕਿ ਕਿਸੇ ਦਾ ਮਾਲ ਦਿਸੇ ਤੇ ਲੁਕ ਕੇ ਤੁਸੀਂ ਲੁੱਟ ਕੇ ਲੈ ਜਾਓਗੇ। ਤੁਸੀਂ ਕੌਣ ਹੋ? ਪ੍ਰਗਟ ਹੋਣ ਤੇ ਆਨ ਦੁਰਾਨੇ। ਇੱਥੇ ਆਣ ਕੇ ਛੁਪ ਕੇ ਬਹਿ ਗਏ ਹੋ ਵੀ ਪ੍ਰਗਟ ਨਾ ਹੋ ਜਾਓ, ਤੁਹਾਨੂੰ ਕੋਈ ਦੇਖ ਨਾ ਲਵੇ। ਜੇ ਤੁਮ ਹੁਤੇ ਫਕੀਰ ਹੈ ਸਾਚੀ। ਜੇ ਤੁਸੀਂ ਫਕੀਰਾਂ ਦਾ ਵੇਸ਼ ਧਾਰਿਆ ਹੈ, ਜੇ ਸੱਚੇ ਫਕੀਰ ਹੁੰਦੇ ਤੁਸੀਂ, ਪੁਰ ਤੇ ਭਿਖਿਆ ਕਰਤੇ ਜਾਚੀ। ਤੇ ਤੁਸੀਂ ਜਾ ਕਰਕੇ ਨਗਰ ਦੇ ਵਿੱਚੋਂ ਜਾ ਕੇ ਭਿਖਿਆ ਮੰਗ ਕੇ ਛਕਦੇ। ਵੇਖ ਫਕੀਰ ਧਰਿਓ ਤਨ ਮਾਹੀ। ਸਰੀਰ ਤੇ ਤੁਸੀਂ ਫਕੀਰਾਂ ਵਾਲਾ ਦਰਵੇਸ਼ਾਂ ਦਾ ਭੇਖ ਧਾਰਿਆ ਹੋਇਆ ਹੈ। ਸਾਚੇ ਤੁਮ ਫਕੀਰ ਫਕੀਰ ਹੋ ਨਾਹੀ। ਤੇ ਕਹਿੰਦਾ ਵੀ ਮੈਂ ਜਾਣ ਲਿਆ ਤੁਸੀਂ ਸੱਚੇ ਫਕੀਰ ਨਹੀਂ ਹੋ। ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ। ਹਜੂਰ ਕਹਿੰਦੇ ਨੇ ਭਈ ਗੁਰ ਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀਐ ਪਾਏ। ਜੋ ਆਪਣੇ ਆਪ ਨੂੰ ਪੀਰ ਗੁਰੂ ਕਹਾਵੇ ਤੇ ਮੰਗ ਮੰਗ ਕੇ ਖਾਵੇ, ਕਹਿੰਦੇ ਨੇ ਉਹਦੇ ਪੈਰੀ ਨਹੀਂ ਲੱਗਣਾ, ਉਹ ਸੱਚਾ ਨਹੀਂ ਹੈ। ਗੁਰੂ ਪੀਰ ਤੇ ਉਹ ਹੈ ਦੁਨੀਆ ਆਪ ਆਣ ਕੇ ਨਮਸਕਾਰਾਂ ਕਰੇ। ਗੁਰੂ ਤਾਂ ਸੱਚ ਦੇ ਮੁਤਲਾਸ਼ੀ ਹਨ, ਪ੍ਰਚਾਰਕ ਹਨ, ਪਰ ਇਹਨਾਂ ਲੋਕਾਂ ਦੀ ਸੋਚ ਇਹੋ ਜਿਹੀ, ਉਸ ਮਾੜੇ ਭਾਗਾਂ ਵਾਲੇ ਨੇ ਇਉਂ ਗੁਰੂ ਸਾਹਿਬ ਨੂੰ ਮਾੜੇ ਬਚਨ ਕਹੇ ਹਨ। ਸੁਣ ਕੇ ਬਿਗਸੇ ਮੰਦ ਕਿਰਪਾਲਾ। ਮੇਰੇ ਸਤਿਗੁਰੂ ਜੀ ਹੌਲੀ ਹੌਲੀ ਮੁਸਕਰਾਏ ਨੇ।
ਇਸ ਦੀ ਗੱਲ ਸੁਣ ਕੇ ਕਿਉ ਤੁਝ ਚਿੰਤਾ ਬੜੀ ਵਿਸਾਲਾ, ਤੇ ਕਹਿੰਦੇ ਨੇ ਤੈਨੂੰ ਕਾਹਦੀ ਚਿੰਤਾ ਬਹੁਤੀ ਵੱਧ ਗਈ ਐ। ਜਹ ਦੁੰਬੇ ਚਾਰਨ ਕੋ ਛੋਰੇ, ਕਹਿੰਦੇ ਜਿੱਥੇ ਤੂੰ ਆਪਣੇ ਦੁੰਬੇ ਚਾਰਨ ਵਾਸਤੇ ਛੱਡੇ ਹੋਏ ਹਨ, ਜਾਏ ਸੰਭਾਰ ਲਿਹੋ ਤਿਹ ਠੌਰੇ, ਜਾ ਜਾ ਕੇ ਆਪਣੇ ਦੁੰਬੇ ਸੰਭਾਲ। ਕਹਿੰਦੇ ਸਾਨੂੰ ਕਾਹਨੂੰ ਇਦਾਂ ਦੇ ਬਚਨ ਬੋਲਦਾ ਹੈ। ਇਹ ਤੇਰੇ ਉਰ ਦਇਆ ਨ ਆਈ, ਦੇਖ ਸਾਡੇ ਵੱਲ ਦੇਖ ਕੇ ਤੇਰੇ ਮਨ 'ਚ ਦਇਆ ਨਾ ਆਈ। ਕਿਉਂਕਿ ਜਿੱਥੇ ਧਰਮ ਹੈ, ਦਇਆ ਧਰਮ ਦਾ ਮੂਲ ਹੈ। ਗੁਸਾਈ ਤੁਲਸੀਦਾਸ ਜੀ ਲਿਖਦੇ ਨੇ, ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਮਾਨ, ਤਾਂ ਤੇ ਦਇਆ ਨਾ ਛੁਡੀਏ ਜਬਲਾ ਘਟ ਮੈਂ ਭਰਾ। ਕਹਿੰਦੇ ਤੇਰੇ ਮਨ 'ਚ ਜਰਾ ਦਇਆ ਨਹੀਂ ਆਈ ਸਾਡੇ ਵੱਲ ਦੇਖ ਕਰਕੇ। ਕਰੀਏ ਸੰਤਨ ਸੇਵਾ ਚਾਈ, ਭਈ ਤੇਰਾ ਤਾਂ ਚਾਹੀਦਾ ਸੀ ਦੇਖ ਕੇ ਵੀ ਸੰਤ ਮਹਾਤਮਾ ਨੇ ਮਨ ਤੇਰੇ 'ਚ ਦਇਆ ਆਉਂਦੀ ਤੇ ਤੂੰ ਇੱਛਾ ਕਰਦਾ ਵੀ ਮੈਂ ਕੋਈ ਸੇਵਾ ਕਰਾਂ, ਪਰ ਤੂੰ ਤਾਂ ਇਹੋ ਜਿਹਾ ਕਬੋਲ ਬੋਲਦਾ ਹੈ। ਬਹਰੋ ਕਹਿਤ ਦੋਖ ਕੇ ਬੈਨਾ, ਫਿਰ ਤੂੰ ਕਹਿੰਦੇ ਨੇ ਬਿਨਾਂ ਕਿਸੇ ਕਾਰਨ ਤੋਂ ਸਾਡੇ ਵਿੱਚ ਦੋਸ਼ ਦੇ ਬਚਨ ਕਹਿ ਰਿਹਾ ਹੈ। ਹਿਰਦੇ ਪਰਮੇਸ਼ਰ ਕੋ ਭੈ ਨਾ, ਤੇਰੇ ਹਿਰਦੇ ਵਿੱਚ ਰੱਬ ਦਾ ਡਰ ਜਰਾ ਨਹੀਂ ਹੈ, ਵੀ ਤੂੰ ਬਿਨਾਂ ਹੀ ਦੇਖੇ ਸਮਝੇ ਚੋਰ ਤੇ ਡਾਕੂ ਬਣਾਈ ਜਾਂਦਾ ਸਾਨੂੰ। ਸੁਨਤ ਅਯਾਲ ਗਇਓ ਤਿਹ ਓਰੇ, ਇੰਨੇ ਕੁ ਬਚਨ ਹੋਏ ਨੇ ਤੇ ਗੁਰੂ ਸਾਹਿਬ ਨੇ ਕਿਹਾ ਜਿੱਥੇ ਤੂੰ ਆਪਣੇ ਦੁੰਬੇ ਚਾਰਨੇ ਜਾ ਕੇ ਦੁੰਬੇ ਚਾਰ ਆਪਣੇ। ਜਿਸ ਵੇਲੇ ਗਿਆ ਹੈ ਉਹਨਾਂ ਵੱਲ, ਪਸ਼ੂਆਂ ਵੱਲ, ਜਹ ਠਾਂ ਦੁੰਬੇ ਚਰਨੇ ਛੋਰੇ, ਜਿੱਥੇ ਇਸ ਨੇ ਪਸ਼ੂਆਂ ਨੂੰ ਚਰਨ ਵਾਸਤੇ ਛੱਡਿਆ ਹੋਇਆ ਸੀ। ਜਬ ਹੀ ਜਾਏ ਬਿਲੋਕਨ ਕੀਨੇ, ਜਦੋਂ ਜਾ ਕਰਕੇ ਇਹ ਤੱਕਦਾ ਹੈ ਆਪਣੇ ਦੁੰਬਿਆਂ ਵੱਲ, ਪਰੇ ਧਰਾ ਪਰ ਪ੍ਰਾਨਨ ਹੀਨੇ, ਤੇ ਕੀ ਤੱਕਿਆ ਜਿੰਨੇ ਪਸ਼ੂ ਸੀ ਸਾਰੇ ਮਰੇ ਪਏ ਧਰਤੀ ਤੇ। ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਾੜੇ ਬਚਨ ਕਹਿਣ ਦਾ ਫਲ ਮਿਲ ਗਿਆ। ਮਹਾਰਾਜ ਕਹਿੰਦੇ ਜਾ ਆਪਣੇ ਪਸ਼ੂ ਚਾਰ, ਸਾਰੇ ਮਰੇ ਹੋਏ ਦੇਖੇ ਇਸਨੇ। ਦੇਖਤ ਹੀ ਹਿਰਦੇ ਬਿਸਮਾਨਿਓ, ਵੇਖਦਿਆਂ ਸਾਰ ਠੋਕਰ ਵੱਜੀ ਮਨ ਹੈਰਾਨ ਹੋ ਗਿਆ। ਭਾ ਅਚਰਜ ਕਾ ਕੁਛ ਜਾਏ ਨਾ ਜਾਣਿਓ, ਇੰਨਾ ਹੈਰਾਨ ਹੋ ਗਿਆ ਕਿ ਹੁਣ ਮੈਂ ਕੀ ਕਰਾਂ, ਸਮਝ ਨਹੀਂ ਆਉਂਦੀ ਵੀ ਕੀ ਹੋਇਆ ਮੇਰੇ ਨਾਲ। ਜੇ ਦੁੰਬਨ ਕੇ ਖਾਵੰਦ ਅਹੂੰ, ਤੋ ਇਸ ਪ੍ਰਕਾਰ ਹੁਣ ਸੋਚਦਾ ਹੈ ਕਿ ਮੈਂ ਜਿਹਨਾਂ ਲੋਕਾਂ ਦੇ ਪਸ਼ੂ ਚਾਰਨ ਵਾਸਤੇ ਲਿਆਂਦੇ ਨੇ, ਇਹਨਾਂ ਦੇ ਜਿਹੜੇ ਮਾਲਕ ਹਨ, 300 ਜਾਏ ਬੈਨ ਕੋ ਕਹਿਹੂੰ, ਤੇ ਉਹਨਾਂ ਨੂੰ ਜਾ ਕੇ ਕੀ ਬਚਨ ਮੈਂ ਕਹਾਂਗਾ, ਕੀ ਦੱਸਾਂਗਾ ਜਾ ਕੇ। ਬਾਂਧ ਲੇਹ ਮੇਰੋ ਪਰਿਵਾਰਾ, ਮੇਰੇ ਪਰਿਵਾਰ ਨੂੰ ਫੜ ਕੇ ਬੰਨ੍ਹ ਲੈਣਗੇ ਇਹ। ਤਿਨ ਤੇ ਕਰੇ ਕੌਣ ਛੁਟਕਾਰਾ, ਤੇ ਫਿਰ ਉਹਨਾਂ ਕੋਲੋਂ ਕੌਣ ਮੈਨੂੰ ਛੁਡਾਵੇਗਾ। ਮੂਰਖ ਅਦਕ ਬਿਸੂਰਨ ਲਾਗਾ, ਕਹਿੰਦੇ ਉਹ ਮੂਰਖ ਜਿਹੜਾ ਸੀ ਬਹੁਤਾ ਹੀ ਝੂਰਨ ਲੱਗ ਪਿਆ ਉਸ ਵੇਲੇ। ਚਿੰਤਾ ਕਰਤ ਧੀਰ ਉਰ ਭਾਗਾ, ਕਹਿੰਦੇ ਹਿਰਦੇ ਦਾ ਧੀਰ ਜਿਹੇ ਲੱਗਿਆ, ਚਿੰਤਾ ਫਿਕਰ ਦੇ ਵਸ ਹੋ ਗਿਆ। ਕਰਤ ਵਿਚਾਰ ਹਿਰਦੇ ਅਸ ਆਈ, ਉਹ ਕਹਿੰਦੇ ਨੇ ਫੇਰ ਵਿਚਾਰਾਂ ਕਰਦੇ ਮਨ 'ਚ ਸੋਚਣ ਲੱਗਾ, ਮੈਂ ਸੰਤਨ ਸੋ ਪਰੁਖ ਅਲਾਈ, ਮੈਂ ਇਹਨਾਂ ਸੰਤਾਂ ਨੂੰ ਸੋ ਕਠੋਰ ਰੁੱਖੇ ਬਚਨ ਆਖੇ ਹਨ, ਤਿਹ ਦੁਖਾਏ ਮੈਂ ਇਹ ਫਲ ਪਾਵਾ, ਤੇ ਜਿਹੜਾ ਉਹਨਾਂ ਨੂੰ ਮੈਂ ਦੁੱਖ ਪਹੁੰਚਾਇਆ ਨਾ ਉਹਦਾ ਫਲ ਮੈਨੂੰ ਮਿਲਿਆ ਹੈ। ਇਹ ਮਨ 'ਚ ਵਿਚਾਰ ਆ ਗਈ ਇਸਦੇ। ਕਰ ਨਿਰਣੇ ਐਸੇ ਠਹਿਰਾਵਾ, ਇਉਂ ਆਪਣੇ ਮਨ 'ਚ ਫੈਸਲਾ ਕਰਕੇ ਇਹਨੇ ਮਨ 'ਚ ਸੋਚ ਲਿਆ। ਤੂਰਨ ਦੌਰ ਜੇ ਬਹੁ ਅਕੁਲਾਵਾ, ਕਹਿੰਦਾ ਇਸ ਪ੍ਰਕਾਰ ਬਹੁਤਾ ਹੀ ਘਬਰਾ ਗਿਆ ਹੈ, ਭੱਜ ਕੇ ਛੇਤੀ ਨਾਲ ਆਏ ਗੁਰੂ ਪਗ ਸੀਸ ਝੁਕਾਵਾ, ਆਣ ਕੇ ਧੰਨ ਗੁਰੂ ਨਾਨਕ ਦੇ ਚਰਨਾਂ ਤੇ ਮੱਥਾ ਟੇਕਿਆ ਇਸਨੇ। ਪਰਿਓ ਰਹਿਓ ਨਹਿ ਉਠਤ ਉਠਾਇਓ, ਤੋ ਗੁਰੂ ਸਾਹਿਬ ਦੇ ਚਰਨਾਂ ਤੇ ਇਹ ਡਿੱਗਿਆ ਰਿਹਾ, ਇਹ ਉਠਾਇਆ ਵੀ ਨਹੀਂ ਉੱਠਦਾ ਹੈ ਹੁਣ। ਤਿਹ ਬਿਲੋਕ ਗੁਰ ਬੈਨ ਅਲਾਇਓ, ਉਹਨੂੰ ਵੇਖ ਕਰਕੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕੀਤੇ, ਕਹਿਣ ਲੱਗੇ ਉਹ ਕਾਰਜ ਬਿਗੜਿਓ ਹੈ ਤੇਰੋ, ਹਜੂਰ ਕਹਿੰਦੇ ਵੀ ਕੀ ਗੱਲ ਹੋ ਗਈ, ਕੀ ਕੰਮ ਤੇਰਾ ਵਿਗੜ ਗਿਆ। ਮੁਰ ਆਇਓ ਭੈ ਕੀਨ ਕਨੇਰੋ, ਤੂੰ ਮੁੜ ਕੇ ਆ ਗਿਆ ਬੜਾ ਡਰਿਆ ਹੋਇਆ, ਕੀ ਗੱਲ ਹੋ ਗਈ ਐ। ਸੁਨੋ ਸੰਤ ਜੀ ਕਹਾਂ ਬਖਾਨੋ, ਕਹਿਣ ਲੱਗਾ ਸੰਤ ਜੀ ਸੁਣੋ ਕੀ ਦੱਸਾਂ ਮੈਂ ਤੁਹਾਨੂੰ। ਤੁਮ ਅੰਤਰ ਜਾਮੀ ਸਭ ਜਾਨੋ, ਤੁਸੀਂ ਅੰਤਰਜਾਮੀ ਹੋ, ਸਭ ਕੁਝ ਜਾਣਦੇ ਹੋ। ਤਦਪ ਆਪਣੇ ਬੂਝਨ ਕੀਨਾ, ਫਿਰ ਵੀ ਆਪ ਨੇ ਜੋ ਮੈਨੂੰ ਪੁੱਛਿਆ ਮੈਨੂੰ ਪੁੱਛਿਆ ਹੈ। ਅਚਰਜ ਸੁਨੋ ਕਹੋ ਹੋਵੇ ਦੀਨਾ, ਤਾਂ ਬੜਾ ਅਧੀਨ ਹੋ ਕੇ ਮਹਾਰਾਜ ਬਹੁਤ ਆਸ਼ਚਰਜ ਹੋਇਆ ਮੇਰੇ ਨਾਲ। ਮਹਾਰਾਜ ਮੈਂ ਬੇਨਤੀ ਕਰਦਾ ਹਾਂ ਸੁਣੋ। ਮੈਂ ਥੋ ਦੁੰਬਨ ਕੇਰ ਚਰਾਵਾ, ਮੈਂ ਤਾਂ ਮਹਾਰਾਜ ਆ ਦੁੰਬੇ ਪਸ਼ੂਆਂ ਦਾ ਚਾਰਨ ਵਾਲਾ ਹਾਂ। ਤਿਨਹਿ ਛੋਰ ਤੁਮਰੇ ਢਿਗਿਆਵਾ, ਹੁਣ ਚਰਨੇ
ਛੱਡ ਕੇ ਮੈਂ ਤੁਹਾਡੇ ਕੋਲ ਆਇਆ ਸੀ। ਜਬ ਮੈਂ ਬੋਲਿਓ ਬਚਨ ਕਠੋਰੇ, ਜਦੋਂ ਮੈਂ ਕਰੜੇ ਬਚਨ ਰੁੱਖੇ ਬਚਨ ਤੁਹਾਨੂੰ ਬੋਲੇ ਹਨ ਤਾਂ ਤਬ ਹੀ ਮਰ ਗਏ ਦੁੰਬੇ ਮੋਰੇ। ਮੇਰੇ ਸਾਰੇ ਪਸ਼ੂ ਜਿਹੜੇ ਸੀ ਮਰ ਗਏ ਮਹਾਰਾਜ। ਬਖਸ਼ੋ ਜਿਤੋ ਕਰਿਓ ਅਪਰਾਧੂ, ਜਿੰਨਾ ਕੁ ਮਹਾਰਾਜ ਗੁਨਾਹ ਕੀਤਾ ਮੇਰਾ ਬਖਸ਼ ਦਿਓ ਮਹਾਰਾਜ, ਮੈਂ ਭੁੱਲ ਗਿਆ। ਖਿਮਾ ਰੂਪ ਕਰੁਣਾ ਕਰ ਸਾਧੂ। ਤੁਸੀਂ ਸਾਧੂ ਰੂਪ ਹੋ, ਤੁਸੀਂ ਕਿਰਪਾ ਕਰੋ, ਖਿਮਾ ਰੂਪ ਹੋ ਮਹਾਰਾਜ, ਮੈਨੂੰ ਖਿਮਾ ਕਰ ਦਿਓ। ਜੇ ਘਰ ਜਾਵੋ ਨਰ ਗਹਿ ਆਈ, ਜੇ ਮਹਾਰਾਜ ਹੁਣ ਮੈਂ ਘਰ ਜਾਂਦਾ ਹਾਂ ਤੇ ਮੈਨੂੰ ਲੋਕੀ ਆਣ ਕੇ ਪਕੜ ਲੈਣਗੇ ਜਿਨ੍ਹਾਂ ਦੇ ਮੈਂ ਦੁੰਬੇ ਚਾਰਦਾ ਹਾਂ। ਭਗੋਂ ਬਾਹਰ ਪਰਿਵਾਰ ਗਹਾਈ, ਤੇ ਜੇ ਮੈਂ ਡਰ ਕੇ ਬਾਹਰ ਕਿਤੇ ਭੱਜ ਜਾਂਦਾ ਤੇ ਮੇਰੇ ਪਰਿਵਾਰ ਨੂੰ ਫੜ ਲੈਣਗੇ ਲੋਕੀ ਜਾ ਕੇ। ਰਹਿਓ ਨ ਥਾਨ ਕਹੂੰ ਮੁਝ ਜਾਣੇ, ਮਹਾਰਾਜ ਮੇਰਾ ਤਾਂ ਹੁਣ ਕਿਧਰੇ ਵੀ ਜਾਣ ਦਾ ਥਾਂ ਨਹੀਂ ਰਿਹਾ ਹੈ। ਸ਼ਰਨ ਆਇਓ ਮੈਂ ਕਿਰਪਾ ਨਿਧਾਨੇ। ਇਹ ਕਿਰਪਾ ਦੇ ਖਜ਼ਾਨੇ ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਮੇਰੇ ਤੇ ਕਿਰਪਾ ਕਰੋ। ਇੱਕ ਤੋਂ ਗਈ ਜੀਵਕਾ ਸਾਰੀ, ਇੱਕ ਤਾਂ ਮਹਾਰਾਜ ਦੇਖੋ ਮੇਰੀ ਰੋਜੀ ਬਣੀ ਸੀ, ਉਹਨਾਂ ਲੋਕਾਂ ਦੇ ਦੁੰਬੇ ਚਾਰਦਾ ਸੀ, ਉਹ ਮੈਨੂੰ ਕੁਛ ਨਾ ਕੁਛ ਦਿੰਦੇ ਸਨ। ਦੁੰਬੇ ਮਰ ਗਏ, ਮੇਰੀ ਰੋਜੀ ਰੋਟੀ ਗਈ ਸਭ। ਦੁਤੀਏ ਗਹਿ ਨਰ ਦੇਵਹਿ ਗਾਰੀ, ਤੇ ਦੂਸਰੇ ਲੋਕੀ ਫੜ ਕੇ ਨਾਲੇ ਕੁੱਟਣਗੇ ਨਾਲੇ ਮੈਨੂੰ ਮਾੜਾ ਕਹਿਣ, ਗਾਲਾਂ ਕੱਢਣਗੇ। ਸੁਨ ਕੇ ਕਿਰਪਾ ਕੀਨ ਗੁਣ ਖਾਨੀ, ਗੁਣਾਂ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਨੇ ਫਿਰ ਕਿਰਪਾ ਕੀਤੀ, ਤਰਸ ਕੀਤਾ ਇਹਦੇ ਤੇ। ਬਿਗਸਤ ਮੰਦ ਕਹੀ ਮ੍ਰਿਦ ਬਾਨੀ, ਹੌਲੀ ਹੌਲੀ ਮਹਾਰਾਜ ਹੱਸਦਿਆਂ ਹੋਇਆਂ ਨੇ ਬਚਨ ਇਸ ਨੂੰ ਕਿਹਾ, ਕਹਿੰਦੇ ਹਨ ਜਹਾਂ ਮਰੇ ਹੈ ਦੁੰਬੇ ਤੋਰੇ, ਕਹਿੰਦੇ ਜਿੱਥੇ ਤੇਰੇ ਇਹ ਪਸ਼ੂ ਮਰੇ ਹੋਏ ਆ ਨਾ, ਚੱਲ ਕਰ ਜਾਓ ਅਬੇ ਤਿਸ ਠੌਰੇ। ਤੇ ਉਸ ਥਾਂ ਤੇ ਚੱਲ ਕੇ ਜਾ ਤੂੰ। ਵਾਹਿਗੁਰੂ ਮੁਖ ਨਾਮ ਉਚਾਰੀਐ, ਉਚਾਰੀਐ ਕਹਿੰਦੇ ਜਾ ਕੇ ਵਾਹਿਗੁਰੂ ਦਾ ਨਾਮ ਕਹਿ ਦੁੰਬੇ ਕੋਲ ਜਾ ਕੇ। ਦੁੰਬੇ ਸਰਬ ਜੀਵਾਏ ਉਠਰੀਐ, ਤੇ ਸਾਰੇ ਆਪਣੇ ਪਸ਼ੂਆਂ ਕੋਲ ਜਾ ਕੇ ਵਾਹਿਗੁਰੂ ਕਹੀ ਜਾ ਤੇ ਦੁੰਬਿਆਂ ਨੂੰ ਖੜਾ ਕਰੀ ਜਾ। ਸੁਨਤ ਬਚਨ ਹਿਰਦੇ ਹਰ ਖਾਨਾ, ਬੜਾ ਖੁਸ਼ ਹੋਇਆ ਕਿ ਮਹਾਰਾਜ ਨੇ ਕਿਰਪਾ ਕਰਤੀ। ਇਉਂ ਸੁਣ ਕਰਕੇ ਬਚਨ ਕਰ ਬੰਧਨ ਗਮਨਿਓ ਤਿਹ ਥਾਨਾ, ਮੱਥਾ ਟੇਕ ਕੇ ਸਤਿਗੁਰਾਂ ਨੂੰ ਚਲਾ ਗਿਆ ਆਪਣੇ ਪਸ਼ੂਆਂ ਕੋਲ। ਵਾਹਿਗੁਰੂ ਕਹਿ ਸਭੇ ਜੀਵਾਰੇ, ਇਹਨੇ ਵਾਹਿਗੁਰੂ ਕਹਿ ਕਰਕੇ ਨਾ ਜਿਹਦੇ ਕੋਲ ਜਾਵੇ ਵਾਹਿਗੁਰੂ ਕਹੇ ਉੱਠ ਕੇ ਖੜਾ ਹੋ ਜਾਏ। ਸਾਰੇ ਇਸ ਤਰ੍ਹਾਂ ਨਾਲ ਉਠਾ ਲਏ, ਖੜੇ ਜਿਉਂਦੇ ਕਰ ਲਏ ਇਸਨੇ। ਉੱਠ ਕੇ ਚਰਨ ਲੱਗੇ ਪੁਨ ਸਾਰੇ, ਉੱਠ ਕੇ ਸਾਰੇ ਉਸੇ ਤਰ੍ਹਾਂ ਪਹਿਲੇ ਦਿਨ ਤਾਂ ਚਵਣ ਲੱਗੇ ਹਨ। ਇਸ ਪ੍ਰਕਾਰ ਕੋ ਅਚਰਜ ਦੇਖਾ, ਹੁਣ ਇਸ ਤਰ੍ਹਾਂ ਦਾ ਇਹ ਅਚਰਜ ਕੌਤਕ ਇਸ ਸੋ ਗਰੀਬ ਬੰਦੇ ਨੇ ਜਦੋਂ ਦੇਖ ਲਿਆ, ਹਿਰਦੇ ਚਕਰਤ ਭਇਓ ਵਸੇਖਾ, ਤੇ ਮਨ 'ਚ ਬੜਾ ਹੈਰਾਨ ਹੋ ਗਿਆ ਭਈ ਇਹਨਾਂ ਦਾ ਮਰ ਜਾਣਾ, ਦੁੰਬਿਆਂ ਦਾ ਫੇਰ ਜਿਉਂਦੇ ਕਰ ਦੇਣਾ, ਇਹ ਬੜੇ ਸਮਰੱਥ ਕੋਈ ਮਹਾਰਾਜ ਹਨ। ਤਹਿ ਸਥਾਨ ਦੁੰਬੇ ਤਜ ਬਰਿੰਦਾ, ਇਹਨੇ ਕੀ ਕੀਤਾ ਵੀ ਉਹ ਸਾਰੇ ਪਸ਼ੂਆਂ ਦਾ ਖੜਾ ਹੀ ਛੱਡ ਦਿੱਤਾ, ਸਾਰਿਆਂ ਨੂੰ ਛੱਡ ਕੇ ਬੈਠਿਓ ਨਿਕਟ ਆਨ ਸੁਖ ਕੰਦਾ, ਤੇ ਧੰਨ ਗੁਰੂ ਨਾਨਕ ਦੇ ਚਰਨਾਂ 'ਚ ਹੀ ਬੈਠ ਕੇ ਇਹਦਾ ਮਨ ਮੰਨ ਗਿਆ ਵੀ ਇਹ ਸਮਰੱਥ ਨੇ, ਮਾਲਕ ਹਨ। ਗੁਰੂ ਦੇ ਚਰਨਾਂ 'ਚ ਆਣ ਕੇ ਹੱਥ ਜੋੜ ਕੇ ਬਹਿ ਗਿਆ। ਕਹਿ ਕੇ ਅਬ ਮੈਂ ਕਹੂੰ ਨਾ ਜਾਮੂ, ਕਹਿੰਦਾ ਮਹਾਰਾਜ ਵੀ ਮੈਂ ਹੁਣ ਕਿਧਰੇ ਨਹੀਂ ਜਾਣਾ ਤੁਹਾਡੇ ਚਰਨਾਂ ਨੂੰ ਛੱਡ ਕੇ। ਤੁਮਰੇ ਪਗ ਕੀ ਸੇਵਕ ਮਾਮੂ, ਮੈਂ ਤੇ ਤੁਹਾਡੇ ਚਰਨਾਂ ਦਾ ਸੇਵਕ ਹੁਣ ਸੇਵਾ ਕਰੂੰਗਾ ਆਪ ਜੀ ਦੀ। ਤੇ ਕਹਿ ਰਹੇ ਨਾ ਗਇਓ ਅਵਾਸਾ, ਮਹਾਰਾਜ ਕਿਹਾ ਵੀ ਸ਼ਾਮਾਂ ਪੈ ਗਈਆਂ, ਜਾ ਤੂੰ ਆਪਣੇ ਘਰ, ਇਹ ਗਿਆ ਨਹੀਂ ਹੈ। ਰਹਿਓ ਰੈਨ ਸਤਿਗੁਰ ਕੇ ਪਾਸਾ, ਇਹ ਸਾਰੀ ਰਾਤ ਸਤਿਗੁਰਾਂ ਦੇ ਕੋਲ ਹੀ ਬੈਠਾ ਰਿਹਾ, ਗੁਰੂ ਸਾਹਿਬ ਵੀ ਬੈਠੇ ਰਹੇ। ਭੋ ਭਈ ਭੋਰ ਦੁੰਬਨ ਕੇ ਮਾਲਕ, ਜਦੋਂ ਸਵੇਰ ਹੋਈ ਤੇ ਪਸ਼ੂ ਘਰਾਂ ਵਿੱਚ ਗਏ ਨਹੀਂ, ਲੋਕਾਂ ਨੂੰ ਫਿਕਰ ਪੈ ਗਿਆ। ਸਵੇਰ ਹੁੰਦਿਆਂ ਸਾਰੇ ਹੀ ਲੋਕਾਂ ਨੇ ਖੋਜਣ ਲੱਗੇ ਵਿਪਨ ਤਤਕਾਲਕ, ਝੱਟ ਜੰਗਲ ਦੇ ਵਿੱਚ ਆਣ ਕੇ ਪਹਾੜਾਂ ਵਿੱਚ ਲੱਭਣ ਲੱਗੇ ਵੀ ਸਾਡੇ ਪਸ਼ੂ ਕਿੱਧਰ ਗਏ, ਚਾਰਨ ਵਾਲਾ ਕਿੱਥੇ ਗਿਆ। ਸਤਿਗੁਰ ਨਿਕਟ ਕਿਤਕ ਨਰ ਆਏ, ਕਈ ਲੋਕਾਂ ਨੇ ਗੁਰੂ ਸਾਹਿਬ ਨੂੰ ਬੈਠਿਆਂ ਵੇਖਿਆ, ਗੁਰੂ ਸਾਹਿਬਾਂ ਦੇ ਕੋਲ ਆ ਗਏ ਹਨ। ਤਿਸੇ ਬਿਲੋਕਤ ਬੈਨ ਅਲਾਏ, ਹੁਣ ਉਸ ਆਪਣੇ ਪਸ਼ੂਆਂ ਦੇ ਚਰਵਾਹੇ ਨੂੰ ਵੇਖ ਕਰਕੇ ਕਹਿਣ ਲੱਗੇ ਲੋਕ, ਜੜ ਤੂੰ ਬੈਠ ਰਹਿਓ ਇਹ ਥਾਏ, ਕਹਿੰਦੇ ਮੂਰਖਾ ਉਹ ਤੂੰ ਇੱਥੇ ਬੈਠਾ ਹੋਇਆ, ਸਗਰੇ ਦੁੰਬੇ ਕਹਾਂ ਗਵਾਏ, ਤੇ ਸਾਡੇ ਦੁੰਬੇ ਜਿਹੜੇ ਪਸ਼ੂ ਨੇ ਕਿੱਥੇ ਗਵਾਤੇ ਸਾਰੇ ਤੂੰ। ਕਿਹ ਸਥਾਨ ਮਹਿ ਦੀਨ ਦੁਰਾਏ, ਤੇ ਜਾਂ ਕਿਤੇ ਤੂੰ ਲੁਕਾ ਦਿੱਤੇ ਆ ਸਾਰੇ। ਗਹਿ ਮਾਰਹਿ ਨਤ ਦੇਹੋ ਬਤਾਏ, ਕਹਿੰਦੇ ਫੜ ਕੇ ਤੈਨੂੰ ਮਾਰਾਂਗੇ ਨਹੀਂ ਤੇ ਦੱਸ ਕਿੱਥੇ ਸਾਡੇ ਪਸ਼ੂ ਜਿਹੜੇ ਹਨ। ਸੁਣ ਕਰ ਬੋਲਿਓ ਬਚਨ ਇਆਲੀ, ਉਹ ਜਿਹੜਾ ਇਆਲੀ ਸੀ, ਪਾਲੀ ਸੀ ਪਸ਼ੂਆਂ ਨੂੰ ਚਾਰਨ ਵਾਲਾ, ਉਸ ਨੇ ਲੋਕਾਂ ਦੀ ਗੱਲ ਸੁਣ ਕੇ ਇਉਂ ਬਚਨ ਕੀਤਾ ਅੱਗੋਂ, ਇਹਾ ਨਾ ਬੋਲੋ ਗਿਰਾ ਘੁਟਾਲੀ, ਕਹਿਣ ਲੱਗਾ ਵੀ ਗੱਲ ਸੁਣ, ਇੱਥੇ ਕੋਈ ਵੀ ਨਾ ਸੋ ਘੁਟਾਲੀ ਖੋਟੇ ਢੰਗ ਦੀ ਮਾੜੀ ਗੱਲ ਨਾ ਇੱਥੇ ਕਹੋ ਕੋਈ ਵੀ ਮਹਾਰਾਜ ਦੇ ਕੋਲ। ਸੰਤ ਨਿਕਟ ਕਲ ਮੈਂ ਜਬ ਆਵਾ, ਦੇਖੋ ਇਹ ਮਹਾਪੁਰਸ਼ ਸੰਤ ਹਨ,
ਕੱਲ ਜਦੋਂ ਮੈਂ ਇਹਨਾਂ ਦੇ ਨੇੜੇ ਆਇਆ ਤਾਂ ਕਰੀ ਬੇਅਬਦੀ ਪੁਰਖ ਅਲਾਵਾ, ਮੈਂ ਪੁਰਖ ਬੜੇ ਕਠੋਰ ਰੁੱਖੇ ਬਚਨ ਕਹੇ, ਬੇਅਦਬੀ ਕੀਤੀ ਇਹਨਾਂ ਦੀ। ਭਾ ਤਤ ਛਿਨ ਦੁੰਬਨ ਕੋ ਨਾਸਾ, ਤਾਂ ਮੈਂ ਮਹਾਰਾਜ ਦਾ ਮਾੜਾ ਸਲੂਕ ਕੀਤਾ, ਮੇਰੇ ਦੁੰਬੇ ਸਾਰੇ ਹੀ ਮਰ ਗਏ। ਤਿੰਨ ਪਿਖ ਪੁਨ ਆਇਓ ਇਨ ਪਾਸਾ, ਤੇ ਮੈਂ ਦੇਖ ਕੇ ਮਰੇ ਹੋਇਆਂ ਨੂੰ, ਪਸ਼ੂਆਂ ਨੂੰ, ਗੁਰੂ ਸਾਹਿਬਾਂ ਦੇ ਕੋਲ ਫਿਰ ਵਾਪਸ ਆਇਆ ਮੈਂ। ਆਏ ਬੇਨਤੀ ਕੀਨ ਅਗਾਰੀ, ਆਣ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਜਦੋਂ, ਬੰਦੇ ਚਰਨ ਮਹਾ ਸੁਖਕਾਰੀ, ਮਹਾਰਾਜ ਦੇ ਸੁਖ ਦੇਣ ਵਾਲੇ ਚਰਨਾਂ ਨੂੰ ਨਮਸਕਾਰ ਕੀਤੀ ਜਦੋਂ ਆਣ ਕੇ। ਸੁਨਤ ਸੰਤ ਇਨ ਬਚਨ ਉਚਾਰੇ, ਸੁਣ ਕਰਕੇ ਇਹਨਾਂ ਸੰਤਾਂ ਨੇ ਫਿਰ ਇਉਂ ਬਚਨ ਕੀਤਾ, ਵਾਹਿਗੁਰੂ ਕਹਿ ਲਿਹੋ ਜਿਵਾਰੇ, ਕਹਿੰਦੇ ਵੀ ਵਾਹਿਗੁਰੂ ਕਹਿ ਕਰਕੇ ਆਪਣੇ ਪਸ਼ੂ ਜਿਉਂਦੇ ਕਰ ਲੈ। ਜਾਏ ਤਹਾਂ ਸੋ ਬਿਦ ਮੈਂ ਕੀਨੰ, ਕਹਿੰਦਾ ਉਸੇ ਤਰ੍ਹਾਂ ਦੇ ਨਾਲ ਜਾ ਕਰਕੇ ਮੈਂ ਕੀਤਾ ਜਿਵੇਂ ਗੁਰੂ ਸਾਹਿਬ ਨੇ ਹੁਕਮ ਕੀਤਾ ਹੈ। ਮਾਰੇ ਜਿਤੇ ਜੀਵਾਏ ਸੋ ਦੀਨੰ, ਤੋ ਜਿਹੜੇ ਮਾਰੇ ਸਨ ਸਾਰੇ ਮਹਾਰਾਜ ਨੇ ਜਿਵਾ ਦਿੱਤੇ ਹਨ, ਜਿਉਂਦੇ ਕਰਤੇ। ਇਹ ਮੂਰਤ ਹੈ ਆਪ ਖੁਦਾਏ, ਇਹ ਤਾਂ ਕੋਈ ਖੁਦਾ ਦੀ ਮੂਰਤ ਹੈ, ਰੱਬ ਦੇ ਰੂਪ ਹਨ। ਮੁਝ ਤੇ ਸੰਗ ਨਾ ਛੋੜਿਓ ਜਾਏ, ਮੇਰੇ ਕੋਲੋਂ ਇਹਨਾਂ ਦਾ ਸੰਗ ਛੱਡਿਆ ਨਹੀਂ ਜਾ ਸਕਦਾ ਹੈ, ਇਸ ਵਾਸਤੇ ਮੈਂ ਮਹਾਰਾਜ ਦੇ ਚਰਨਾਂ 'ਚ ਬੈਠਾ ਹੋਇਆ ਹਾਂ। ਦੁੰਬੇ ਚਾਰਨ ਤੁਮਰੇ ਤਿਆਗੇ, ਤੇ ਹੁਣ ਕਹਿੰਦਾ ਵੀ ਮੈਂ ਇਹ ਆ ਗਿਆ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ, ਇਸ ਵਾਸਤੇ ਅੱਜ ਤੋਂ ਮੈਂ ਤੁਹਾਡੇ ਦੁੰਬੇ ਚਰਨੇ ਜਿਹੜੇ ਸੀ ਉਹ ਛੱਡ ਦਿੱਤੇ ਹਨ। ਖੋਜ ਲਿਹੋ ਬਨ ਮੈਂ ਅਬ ਆਗੇ, ਤੇ ਇਸ ਵਾਸਤੇ ਅੱਗੇ ਜਾਓ, ਆਪਣੇ ਪਸ਼ੂ ਲੱਭ ਲਓ ਜਾ ਕੇ, ਮੈਂ ਅੱਜ ਤੋਂ ਤੁਹਾਡਾ ਕੰਮ ਛੱਡਿਆ। ਮੋਰ ਭਰੋਸਾ ਸ਼ੋਰ ਬਹੋਰੀ, ਇਸ ਵਾਸਤੇ ਮੇਰਾ ਅੱਗੇ ਵਾਸਤੇ ਭਰੋਸਾ ਛੱਡ ਦਿਓ, ਮੈਂ ਨਹੀਂ ਤੁਹਾਡੇ ਪਸ਼ੂਆਂ ਨੂੰ ਸੰਭਾਲਣਾ। ਮਾਲ ਸੰਭਾਰ ਹੋ ਵਿਪਨ ਟੰਡੋਰੀ, ਜਾ ਕੇ ਜੰਗਲ ਵਿੱਚ ਪਈ ਆਪਣਾ ਮਾਲ ਸੰਭਾਲ ਲਓ ਜਾ ਕੇ ਲੱਭ ਕੇ। ਮਾਨਵ ਸਰਬ ਸੁਨੇ ਬਿਸਮਾਨੇ, ਸਾਰੇ ਲੋਕਾਂ ਨੇ ਜਦੋਂ ਇਹ ਗੱਲ ਸੁਣੀ ਭਈ ਨਾਲੇ ਮਾਰ ਦਿੱਤੇ ਨਾਲੇ ਜਿਉਂਦੇ ਕਰ, ਐਡੀ ਸ਼ਕਤੀ, ਇਉਂ ਜਾਣ ਕਰਕੇ ਇਹ ਸਾਰੇ ਲੋਕ ਬੜੇ ਬਿਸਮਾਦ ਹੋਏ ਹਨ। ਸਾਚ ਬਿਰਤਾਂਤ ਜਬਹਿ ਮਨ ਜਾਣੇ, ਤੇ ਜਦੋਂ ਇਹ ਸਾਰਿਆਂ ਨੇ ਸੱਚੀ ਗੱਲ ਜਾਣੀ ਵੀ ਵਾਕਿਆ ਹੀ ਇਦਾਂ ਹੋਇਆ, ਇਉਂ ਜਾਣ ਕੇ ਗੁਰ ਪਦ ਬੰਧਨ ਕੀਨੀ ਸਭ ਹੀ, ਤਾਂ ਇਹਨਾਂ ਨੇ ਸਾਰਿਆਂ ਨੇ ਫਿਰ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ। ਖੋਜਿਓ ਬਹੁਤ ਵਿਪਨ ਕੋ ਤਬ ਹੀ, ਤੇ ਫਿਰ ਜੰਗਲ ਵਿੱਚ ਆਪਣੇ ਪਸ਼ੂ ਲੱਭਣੇ ਸ਼ੁਰੂ ਕੀਤੇ ਇਹਨਾਂ ਲੋਕਾਂ ਨੇ। ਦੁੰਬੇ ਲੈ ਨਗਰੀ ਮਹਿ ਆਏ, ਆਪੋ ਆਪਣੇ ਪਸ਼ੂਆਂ ਨੂੰ ਸੰਭਾਲ ਕੇ ਨਗਰੀ ਵਿੱਚ ਲੈ ਆਂਦਾ ਵਾਪਸ ਇਹਨਾਂ ਨੇ। ਜਸ ਗੁਰ ਕਾ ਤਬ ਬੜਿਓ ਮਹਾਏ, ਤੇ ਭਾਈ ਸਾਰਿਆਂ ਵਿੱਚ ਬਹੁਤਾ ਭਾਰੀ ਜਸ ਤਾਂ ਹੋਣਾ ਹੀ ਸੀ, ਫਿਰ ਸਾਰੀ ਨਗਰੀ ਵਿੱਚ ਗੁਰੂ ਸਾਹਿਬ ਦੀ ਮਹਿਮਾ ਹੋ ਗਈ ਹੈ। ਸਭੀ ਲੋਕ ਮਿਲ ਚਰਨੀ ਲਾਗੇ, ਤੇ ਸਾਰੇ ਨਗਰ ਦੇ ਲੋਕ ਮਿਲ ਕੇ ਧੰਨ ਗੁਰੂ ਨਾਨਕ ਸਾਹਿਬ ਦੇ ਚਰਨੀ ਲੱਗੇ ਨਮਸਕਾਰ ਕੀਤੀ ਹੈ। ਭੇਟਾ ਧਰਹਿ ਉਪਾਇਨ ਆਗੇ, ਤੇ ਮਹਾਰਾਜ ਦੇ ਚਰਨਾਂ ਵਿੱਚ ਵਸਤੂਆਂ ਦੀ ਭੇਟਾ ਰੱਖ ਕਰਕੇ ਮੱਥਾ ਟੇਕਦੇ ਹਨ। ਖੁਸ਼ੀ ਹੋਣ ਸ੍ਰੀ ਗੁਰ ਕੀ ਲਾਗੀ, ਮੇਰੇ ਸਤਿਗੁਰੂ ਪਾਤਸ਼ਾਹ ਜੀ ਦੀ ਇਉਂ ਪੂਜਾ ਕਰਨ ਲੱਗ ਪਏ ਨੇ, ਸੇਵਾ ਕਰਨ ਲੱਗ ਪਏ ਹਨ। ਬਹੁਲ ਲੈਨ ਲੱਗੇ ਵੱਡ ਭਾਗੀ, ਤੇ ਗੁਰੂ ਸਾਹਿਬ ਜੀ ਨੇ ਜਦੋਂ ਉਪਦੇਸ਼ ਦਿੱਤਾ ਇਹਨਾਂ ਲੋਕਾਂ ਨੂੰ ਸਮਝਾਇਆ, ਤੇ ਜਦੋਂ ਇਹ ਲੋਕ ਸਮਝਦੇ ਨੇ, ਮਹਾਰਾਜ ਕਹਿੰਦੇ ਜੇ ਵਾਹਿਗੁਰੂ ਦੇ ਨਾਮ ਦੇ ਨਾਲ ਤੁਹਾਡੇ ਮੁਰਦੇ ਪਸ਼ੂ ਜਿਉਂਦੇ ਹੋ ਸਕਦੇ ਹਨ, ਤੇ ਉਸ ਨਾਮ ਦਾ ਸਿਮਰਨ ਕਰੋ, ਤੁਸੀਂ ਅਗਲੇ ਲੋਕ ਵਾਸਤੇ ਜਿਹੜਾ ਸੱਚਾ ਜੀਵਨ ਹੈ ਪ੍ਰਾਪਤ ਕਰ ਲਓਗੇ। ਸਤਿਗੁਰ ਕੋ ਸਿਮਰਨ ਮੁਖ ਕਰਹੀ, ਹੁਣ ਇਹ ਲੋਕ ਮਹਾਰਾਜ ਦੀ ਚਰਨ ਪਹੁਲ ਲੈ ਕਰਕੇ ਸਿੱਖ ਬਣਨੇ ਸ਼ੁਰੂ ਹੋ ਗਏ, ਗੁਰੂ ਸਾਹਿਬ ਦੇ ਹੁਕਮ ਅਨੁਸਾਰ ਸਿਮਰਨ ਵਿੱਚ ਲੱਗ ਗਏ ਹਨ। ਸਰਬ ਵਿਕਾਰ ਹਿਰਦੈ ਪਰ ਹਰਹੀ, ਤੇ ਇਹਨਾਂ ਨੇ ਨਾਲੇ ਪਰਮੇਸ਼ਵਰ ਦੇ ਨਾਮ ਦੇ ਜਦੋਂ ਸਿਮਰਨ ਕਰਨਾ ਸ਼ੁਰੂ ਕੀਤਾ, ਮਨ ਇਕਾਗਰ ਹੋਣਾ ਸ਼ੁਰੂ ਹੋਇਆ, ਮਾੜੇ ਕਰਮ ਜਿਹੜੇ ਸੀ, ਪਾਪ ਕਰਮ ਸੀ, ਉਹ ਦੂਰ ਹੋਣੇ ਸ਼ੁਰੂ ਹੋ ਗਏ। ਪੁਰ ਮਹਿ ਗਵਨੇ ਪੁਨ ਗੁਣ ਖਾਨੀ, ਫਿਰ ਮੇਰੇ ਸਤਿਗੁਰੂ ਪਾਤਸ਼ਾਹ ਨਗਰੀ ਵਿੱਚ ਚਰਨ ਪਾਏ ਹਨ। ਧਰਮਸਾਲ ਇਕ ਰਚੀ ਮਹਾਨੀ, ਬੜੀ ਸੁੰਦਰ ਮਹਾਨ ਉੱਥੇ ਗੁਰਦੁਆਰਾ ਸਾਹਿਬ ਬਣਾਇਆ ਮਹਾਰਾਜ ਨੇ ਕਹਿ ਕੇ। ਨਾਮਦਾਨ ਇਸ਼ਨਾਨ ਦ੍ਰਿੜਾਇਓ, ਤੇ ਮੇਰੇ ਸਤਿਗੁਰੂ ਨਾਨਕ ਸਾਹਿਬ ਦਾ ਸਿੱਖੀ ਦਾ ਉਪਦੇਸ਼, ਨਾਮ ਦਾਨ ਇਸ਼ਨਾਨ, ਇਹ ਇਹਨਾਂ ਸਾਰੇ ਲੋਕਾਂ ਨੂੰ ਪੱਕਾ ਕਰਾਇਆ। ਭਾਈ ਇਹ ਆਪਣੇ ਜੀਵਨ ਦਾ ਮੁੱਢ ਸਮਝੋ, ਅਸਲੀ ਜੀਵਨ ਦਾ। ਤੋ ਨਾਮਦਾਨ ਇਸ਼ਨਾਨ ਮਹਾਰਾਜ ਨੇ ਦ੍ਰਿੜ ਕਰਾ ਦਿੱਤਾ ਹੈ। ਸਿੱਖੀ ਮਗ ਤਿਸ ਦੇਸ਼ ਚਲਾਇਓ, ਤੇ ਮਹਾਰਾਜ ਨੇ ਇਹ ਗੁਰੂ ਦੀ ਸਿੱਖੀ ਦਾ ਰਸਤਾ ਜਿਹੜਾ ਇਸ ਦੇਸ਼ ਦੇ ਵਿੱਚ ਮਹਾਰਾਜ ਨੇ ਪ੍ਰਚਲਿਤ ਕਰ ਦਿੱਤਾ ਹੈ। ਮਹਿਮਾ ਪੁਰ ਮਹਿ ਬਦੀ ਅਪਾਰਾ, ਤੋ ਮੇਰੇ ਸਤਿਗੁਰੂ ਜੀ ਦੀ ਬਖਸ਼ਿਸ਼ ਨਾਲ ਸਾਰੀ ਨਗਰੀ ਵਿੱਚ ਮੇਰੇ ਗੁਰੂ ਨਾਨਕ ਸਾਹਿਬ ਦੀ ਸੋਭਾ ਫੈਲੀ ਹੈ। ਲਖ ਹੈ ਸ਼ਬਦ ਗੁਰ ਕਰਹਿ ਉਚਾਰਾ, ਇਸ ਪ੍ਰਕਾਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਸ਼ਬਦ ਸੁਣ ਕੇ ਲਿਖ ਲੈਂਦੇ ਨੇ,
ਫਿਰ ਉਸ ਦਾ ਜਾਪ ਕਰਦੇ ਹਨ। ਪੜ੍ਹੈ ਪ੍ਰੀਤ ਸੋ ਕੀਰਤ ਕਰਹੀ, ਤਾਂ ਬੜੇ ਪ੍ਰੇਮ ਨਾਲ ਪੜ੍ਹਦੇ ਨੇ, ਸੋਹਣਾ ਕੀਰਤਨ ਕਰਦੇ ਹਨ। ਸ੍ਰੀ ਨਾਨਕ ਮੈਂ ਸ਼ਰਧਾ ਧਰਹੀ, ਧੰਨ ਸਾਹਿਬ ਗੁਰੂ ਨਾਨਕ ਸਾਹਿਬ ਵਿੱਚ ਸ਼ਰਧਾ ਆ ਗਈ ਇਹਨਾਂ ਦੀ। ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਵਿਸ਼ਵਾਸ ਹੋ ਗਿਆ। ਤਹ ਇੱਕ ਪੰਡਿਤ ਰਹਿਤ ਸੁਜਾਨਾ, ਹੁਣ ਇਸ ਨਗਰੀ ਦੇ ਵਿੱਚ ਇੱਕ ਬ੍ਰਾਹਮਣ ਪੰਡਤ ਸੀ, ਬੜਾ ਸਿਆਣਾ ਸੀ। ਸਭ ਵਿਦਿਆ ਮਹਿ ਨਿਪਨ ਨਿਧਾਨਾ, ਮਾਨੋ ਕਿ ਵਿਦਿਆ ਦਾ ਖਜ਼ਾਨਾ ਸੀ, ਬਹੁਤ ਵਿਦਿਆ ਪੜ੍ਹੀ ਹੋਈ ਸੀ ਇਸ ਦੀ। ਸ੍ਰੀ ਨਾਨਕ ਮਹਿਮਾ ਤਿਨ ਸੁਣੀ, ਉਸ ਨੇ ਧੰਨ ਗੁਰੂ ਨਾਨਕ ਸਾਹਿਬ ਦਾ ਜਸ ਸੁਣਿਆ ਜਦੋਂ, ਦਰਸ਼ਨ ਕਰੋ ਹਿਰਦੇ ਅਸ ਗੁਨੀ, ਤੇ ਮਨ ਵਿੱਚ ਵਿਚਾਰ ਕੀਤਾ ਵੀ ਇਹੋ ਜਿਹੇ ਸਾਧੂ ਦਾ ਜਾ ਕੇ ਦਰਸ਼ਨ ਕਰਾਂ ਮੈਂ। ਪੁਸਤਕ ਲੱਦੇ ਉਸ਼ਟ ਜਨ ਦੋ, ਕਹਿੰਦੇ ਨੇ ਇਹਦੇ ਕੋਲ 2 ਊਠ ਜਿੰਨੇ ਲੱਦ ਲਏ, ਇੰਨੀਆਂ ਪੁਸਤਕਾਂ ਸਨ ਇਹਦੇ ਕੋਲ। ਗਮਨਤ ਸੰਗ ਰਹਿਤ ਹੈ ਸੋ, ਤੇ ਜਿੱਥੇ ਵੀ ਜਾਇਆ ਕਰਦਾ ਇਹ ਸਾਰੀਆਂ ਪੁਸਤਕ ਆਪਣੇ ਗ੍ਰੰਥ ਨਾਲ ਹੀ ਰੱਖਦਾ ਹੁੰਦਾ ਸੀ। ਸਾਲ ਗ੍ਰਾਮ ਗਲੇ ਮਹਿ ਪਾਵਾ, ਤੇ ਗਲ ਵਿੱਚ ਸਾਲਗ੍ਰਾਮ ਠਾਕੁਰ ਦੀ ਮੂਰਤੀ ਜਿਹੜੀ ਪਾਈ ਸੀ ਪੱਥਰ ਦੀ। ਤਨ ਮਹਿ ਦਵਾਦਸ ਤਿਲਕ ਲਗਾਵਾ, ਤੇ ਆਪਣੇ ਸਰੀਰ ਤੇ 12 ਤਿਲਕ ਲਾਇਆ ਕਰਦਾ ਸੀ, ਜਿਵੇਂ ਹਿੰਦੂ ਧਰਮ ਦਾ ਨਿਯਮ ਹੈ। ਜਹ ਬੈਠੇ ਬੇਦੀ ਕੁਲ ਦੀਪਾ, ਜਿੱਥੇ ਬੇਦੀ ਕੁਲ ਦੇ ਪ੍ਰਕਾਸ਼ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬੈਠੇ ਸਨ, ਸੋ ਪੰਡਿਤ ਚਲ ਆਏ ਸਮੀਪਾ, ਉਹ ਇਸ ਪ੍ਰਕਾਰ ਜਿਹੜਾ ਪੰਡਤ ਸੀ ਗੁਰੂ ਸਾਹਿਬ ਦੇ ਨੇੜੇ ਆ ਗਿਆ ਚੱਲ ਕੇ। ਬੈਠਿਓ RAM RAM ਕੋ ਕਰਕੇ, ਧੰਨ ਗੁਰੂ ਸਾਹਿਬ ਦੇ ਕੋਲ ਰਾਮ ਰਾਮ ਦਾ ਬਚਨ ਕਹਿ ਕਰਕੇ ਗੁਰੂ ਕੋਲ ਬੈਠ ਗਿਆ। ਵਿਦਿਆ ਗਰਭ ਰਹਿਓ ਉਰ ਭਰ ਕੇ, ਪਰ ਇਹਦੇ ਮਨ ਵਿੱਚ ਵਿਦਿਆ ਦਾ ਮਾਣ ਸੀ ਕਿ ਮੈਂ ਵਿਦਿਆ ਬਹੁਤ ਪੜ੍ਹੀ ਹੋਈ ਹੈ। ਬੋਲਿਓ ਬਹੁਰੋ ਬਚਨ ਦੁਰਾਸਾ, ਤਾਂ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਨਾਲ ਸੋ ਬੜੇ ਰੁੱਖੇ ਜਿਹੇ ਬਚਨ ਬੋਲੇ ਇਸਨੇ। ਸੰਤ ਹੋਏ ਕਿਉ ਖਾਵਤ ਮਾਸਾ, ਕਹਿੰਦੇ ਜੀ ਤੁਸੀਂ ਸੰਤ ਹੋ ਕਰਕੇ ਮਾਸ ਕਿਉਂ ਖਾਂਦੇ ਹੋ? ਇਸਨੇ ਦੇਖਿਆ ਤੇ ਨਹੀਂ ਖਾਂਦਿਆਂ ਨੂੰ, ਦੇਖ ਕੇ ਹੀ ਇਹਨੇ ਸਵਾਲ ਕਰ ਦਿੱਤਾ। ਕਿਉ ਤਨ ਉਪਰ ਚਰਮੰ ਲੀਨਾ, ਤੁਸੀਂ ਆਪਣੇ ਸਰੀਰ ਤੇ ਇਹ ਚਮੜੀ ਦਾ ਬਸਤਰ ਕਿਉਂ ਪਾਇਆ ਹੋਇਆ ਹੈ? ਇਹ ਤੁਮ ਕਰਮ ਵਿਪਰਜੈ ਕੀਨਾ, ਇਹ ਜੀ ਤੁਸੀਂ ਉਲਟਾ ਕਰਮ ਕੀਤਾ ਹੈ, ਨਾਲੇ ਸੰਤ ਨਾਲੇ ਸਰੀਰ ਦੇ ਉੱਤੇ ਜਿਹੜਾ ਤੁਸੀਂ ਚਮੜੀ ਦੀ ਪੁਸ਼ਤੀਨ ਪਾਈ ਹੋਈ ਹੈ, ਇਹਦਾ ਮਤਲਬ ਤੁਸੀਂ ਮਾਸ ਖਾਂਦੇ ਹੋ, ਜੀ ਮਾਰਦੇ ਹੋ। ਗੁਰ ਉਪਰ ਤਬ ਥੀ ਪੁਸਤੀਨੰ, ਮੇਰੇ ਸਤਿਗੁਰੂ ਜੀ ਨੇ ਸੋ ਸਰੀਰ ਦੇ ਉੱਤੇ ਉਸ ਵੇਲੇ ਕੌਤਕ ਕਰਨ ਵਾਸਤੇ ਪੁਸ਼ਤੀਨ ਸੋ ਭਾਵ ਕਿ ਚਮੜੇ ਦੀ ਬਣਾਈ ਹੋਈ ਜਿੱਦਾਂ ਗਲ ਦਾ ਕੱਪੜਾ ਪਾਇਆ ਹੋਇਆ ਸੀ ਗਲ ਵਿੱਚ। ਸੁਨ ਪੰਡਿਤ ਕੇ ਬਚਨ ਪ੍ਰਬੀਨੰ, ਮਨ ਅੰਤਰਜਾਮੀ ਗੁਰੂ ਸਾਹਿਬ ਨੇ ਪੰਡਿਤ ਦੇ ਵਿਦਵਾਨ ਦੇ ਬਚਨ ਸੁਣੇ ਜਦੋਂ ਤਰਕ ਵਾਲੇ। ਸਿੱਖਿਆ ਦੇਨ ਹੇਤ ਤਿਹ ਸੰਗਾ, ਤੇ ਉਸ ਨੂੰ ਉਪਦੇਸ਼ ਦੇਣ ਵਾਸਤੇ ਮੇਰੇ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ ਹੈ। ਉਚਰਿਓ ਸ਼ਬਦ ਸੋ ਪ੍ਰੇਮ ਉਮੰਗਾ, ਬੜੇ ਉਤਸ਼ਾਹ ਦੇ ਸਹਿਤ ਪ੍ਰੇਮ ਦੇ ਨਾਲ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਉੱਥੇ। ਸ੍ਰੀ ਮੁਖ ਵਾਕ ਸ਼ਲੋਕ ਮਹੱਲਾ ਪਹਿਲਾ, ਮਹਾਰਾਜ ਦੀ ਮੁਖ ਵਾਕ ਬਾਣੀ ਹੈ, ਪਹਿਲੇ ਪਾਤਸ਼ਾਹ ਜੀ ਦਾ ਸ਼ਲੋਕ ਉਚਾਰਨ ਹੈ। ਪੜ ਪੜ ਗੱਡੀ ਲੱਦੀ ਹੈ, ਗਰੀਬ ਨਵਾਜ ਨੇ ਸ੍ਰੀ ਆਸਾ ਜੀ ਦੀ ਵਾਰ ਦਾ ਸ਼ਲੋਕ ਜਿਹੜਾ ਉੱਥੇ ਉਚਾਰਨ ਕੀਤਾ, ਉਪਦੇਸ਼ ਦਿੱਤਾ। ਇਸ ਦੇ ਤਾਂ ਹੀ ਮਹਾਰਾਜ ਕਹਿੰਦੇ ਵੀ ਤੈਨੂੰ ਵਿਦਿਆ ਪੜ੍ਹੀ ਦਾ ਮਾਣ ਹੈ, ਇੰਨੇ ਗ੍ਰੰਥ ਪੜ੍ਹ ਲਵੇ, ਪੜ੍ਹ ਪੜ੍ਹ ਗੱਡੀ ਲੱਦੀ, ਭਾਵੇਂ ਕੋ ਗੱਡੀ ਲੱਦ ਲਵੇ। ਪੜ ਪੜ ਭਰੀਏ ਹੈ ਸਾਥ, ਤੇ ਪੜ੍ਹ ਪੜ੍ਹ ਕਰਕੇ ਪੂਰਾਂ ਦੇ ਪੂਰ ਸਾਥ ਨਾਲ ਲੈ ਲਵੇ, ਭਾਵੇਂ ਬਹੁਤੇ ਗ੍ਰੰਥ ਜਿਵੇਂ ਤੂੰ ਲਈ ਫਿਰਦਾ ਚੱਕ ਲਵੇ ਪੜ੍ਹ ਕੇ। ਪੜ ਪੜ ਬੇੜੀ ਪਾਈਏ, ਤੇ ਜਦੋਂ ਕਿਤੇ ਦਰਿਆ ਨੂੰ ਪਾਰ ਕਰਨਾ ਤੇ ਬੇੜੀ ਦੇ ਵਿੱਚ ਰੱਖ ਲਵੇ, ਇਸ ਪ੍ਰਕਾਰ ਇੰਨੇ ਗ੍ਰੰਥ ਪੜ੍ਹਿਆ ਹੋਵੇ। ਪੜ ਪੜ ਗੱਡੀ ਹੈ ਖਾਤ, ਤੇ ਪੜ੍ਹ ਪੜ੍ਹ ਕਰਕੇ ਗ੍ਰੰਥਾਂ ਨੂੰ ਤੇ ਖਾਤ ਤਹਿਖਾਨੇ ਬਣਾ ਬਣਾ ਕੇ ਭਰ ਦਵੇ, ਤੇ ਇੰਨੇ ਗ੍ਰੰਥ ਮੈਂ ਪੜ੍ਹ ਗਿਆ ਹਾਂ। ਪੜੀਏ ਹੈ ਜੇਤੇ ਬਰਸ ਬਰਸ, ਤੇ ਜਿੰਨੇ ਸਾਲ ਨੇ ਸਾਲਾਂ ਦੇ ਸਾਲ ਉਮਰ ਦੇ ਪੜ੍ਹੀ ਜਾਵੇ ਬੰਦਾ। ਪੜੀਏ ਹੈ ਜੇਤੇ ਮਾਸ, ਤੇ ਜਿੰਨੇ ਵੀ ਮਹੀਨੇ ਹਨ ਸਾਰੇ ਮਹੀਨਿਆਂ ਵਿੱਚ ਵੀ ਪੜ੍ਹੀ ਜਾਵੇ ਦਿਨੇ ਰਾਤ। ਪੜੀਏ ਜੇਤੀ ਆਰਜਾ, ਤੇ ਸਾਰੀ ਜਿੰਨੀ ਉਮਰ ਰੱਬ ਨੇ ਬਖਸ਼ੀ ਪੜ੍ਹਾਈ ਕਰੀ ਜਾਵੇ ਗ੍ਰੰਥ ਪੜ੍ਹ ਪੜ੍ਹ ਕੇ। ਪੜੀਏ ਹੈ ਜੇਤੇ ਸਾਸ, ਤੇ ਜਿੰਨੇ ਸਵਾਸ ਰੱਬ ਨੇ ਦਿੱਤੇ ਨੇ ਉਹ ਸਾਰੇ ਸਵਾਸਾਂ ਵਿੱਚ ਭਾਵੇਂ ਵਿਦਿਆ ਪੜ੍ਹੀ ਜਾਵੇ ਗ੍ਰੰਥਾਂ ਦੀ। ਨਾਨਕ ਲੇਖੇ ਇੱਕ ਗੱਲ, ਪਰ ਹਜੂਰ ਕਹਿੰਦੇ ਪੜ੍ਹਿਆ ਗੱਲ ਨਹੀਂ ਬਣਦੀ, ਰੱਬ ਦੇ ਘਰ ਇੱਕੋ ਹੀ ਗੱਲ ਲੇਖੇ ਵਿੱਚ ਹੈ, ਪ੍ਰਵਾਨ ਹੁੰਦੀ ਹੈ। ਹੋਰ ਹਉਮੈ ਝਖਣਾ ਝਾਖ, ਬਾਕੀ ਹੰਕਾਰ ਦੇ ਵਿੱਚ ਝਖਾਈ ਮਾਰਨੀਆਂ, ਜਿੰਨੇ ਮਰਜ਼ੀ ਕੋ ਗ੍ਰੰਥ ਪੜ੍ਹ ਲਏ, ਪਰਮੇਸ਼ਵਰ ਦਾ ਨਾਮ ਜਿਹੜਾ ਉਹ ਇੱਕੋ ਹੀ ਨਾਮ ਪਰਮੇਸ਼ਵਰ ਦਾ ਜਿਹੜਾ ਉਹੀ ਰੱਬ ਦੇ ਘਰ ਲੇਖੇ ਵਿੱਚ ਆ। ਕਿੰਨਾ ਜਾਪ ਕੀਤਾ, ਸਿਮਰਨ ਕਿੰਨਾ ਕੀਤਾ ਕਿਸੇ ਨੇ।
ਦੋਹਰਾ ਸੁਨ ਪੰਡਤ ਬਿਨ ਸਤਿਗੁਰੂ। ਤੋ ਮਹਾਰਾਜ ਕਹਿਣ ਲੱਗੇ, ਦੇਖ ਹੇ ਪੰਡਤ, ਬਿਨਾਂ ਸਤਿਗੁਰਾਂ ਤੋਂ ਮਾਰਗ ਹਾਥ ਨਾ ਆਏ। ਪਰਮੇਸ਼ਵਰ ਦੀ ਪ੍ਰਾਪਤੀ ਦਾ ਮਾਰਗ ਰਸਤਾ ਨਹੀਂ ਬੰਦੇ ਨੂੰ ਪ੍ਰਾਪਤ ਨਹੀਂ ਹੁੰਦਾ ਹੈ। ਬਿਨ ਤਾਰੀ ਤਾਰੋ ਭਰਿਓ ਭਿਰਿਓ। ਦੇਖੋ ਜਦੋਂ ਤੱਕ ਸੋ ਚਾਬੀ ਨਹੀਂ ਨਾ ਕੋਲ ਤੇ ਤਾਲਾ ਲੱਗਿਆ ਹੋਵੇ, ਖੁੱਲੇ ਨਾ ਕਰੇ ਉਪਾਏ। ਜਿੰਨੇ ਮਰਜੀ ਯਤਨ ਕਰੇ ਤਾਲਾ ਚਾਬੀ ਤੋਂ ਬਿਨਾਂ ਨਹੀਂ ਖੁੱਲਣਾ। ਚਉਪਈ ਪੂਰਨ ਪੁੰਜ ਪੁੰਨ ਜਬ ਹੋਏ। ਜਦੋਂ ਬੰਦੇ ਦੇ ਪੂਰਨ ਇਕੱਠੇ ਪੁੰਨ ਹੋ ਜਾਣ ਤਾਂ ਮਿਲ ਹੈ ਗੁਰੂ ਉਪਦੇਸਹਿ ਸੋਏ। ਚੰਗੇ ਬੰਦੇ ਦੇ ਕਰਮ ਹੋਣ ਤਾਂ ਪੂਰਾ ਗੁਰੂ ਫਿਰ ਉਸ ਨੂੰ ਮਿਲਦਾ ਹੈ। ਸਾਰਾ ਸਾਰ ਲਿਖਾਵੇ ਜਬੈ। ਤੇ ਜਦੋਂ ਗੁਰੂ ਉਸ ਨੂੰ ਸਾਰ ਅਸਾਰ ਸੱਚ ਤੇ ਝੂਠ ਦੀ ਪਛਾਣ ਕਰਾ ਦੇਵੇ, ਗ੍ਰਹਿਣ ਤਿਆਗਿਓ ਜਾਣੇ ਤਬੈ। ਤਦੋਂ ਹੀ ਉਹ ਸਮਝਦਾ ਹੈ ਕਿ ਕੀ ਮੈਂ ਗ੍ਰਹਿਣ ਕਰਨਾ ਤੇ ਕੀ ਮੈਂ ਤਿਆਗ ਕਰਨਾ ਹੈ। ਇਹ ਪੂਰਾ ਗੁਰੂ ਹੀ ਸਮਝ ਬਖਸ਼ਦਾ ਹੈ। ਮਿਟੇ ਭਰਮ ਚਿਤ ਸ਼ਾਂਤੀ ਪਾਏ। ਉਸ ਦੇ ਭਰਮ ਮਿਟ ਜਾਂਦੇ ਨੇ, ਚਿੱਤ ਵਿੱਚ ਸ਼ਾਂਤੀ ਪ੍ਰਾਪਤ ਹੋ ਜਾਂਦੀ ਉਸਦੇ। ਅਨਕ ਕਲਪਨਾ ਹਿਰਦੇ ਨਸਾਏ। ਤੇ ਜਿਹੜੀਆਂ ਮਨ ਦੀਆਂ ਅਨੇਕ ਕਲਪਨਾ ਨੇ ਸਾਰੀਆਂ ਦੂਰ ਹੁੰਦੀਆਂ ਨੇ ਪੂਰੇ ਗੁਰੂ ਦੀ ਕਿਰਪਾ ਦੇ ਨਾਲ। ਵਾਹਿਰ ਬੇਖ ਪਰ ਦ੍ਰਿਸ਼ਟ ਨਾ ਧਾਰੈ। ਫਿਰ ਬਾਹਰਲੇ ਭੇਸ ਤੇ ਉਹ ਦ੍ਰਿਸ਼ਟੀ ਨਹੀਂ ਧਾਰਨ ਕਰਦਾ ਹੈ। ਅੰਤਰਮੁਖੀ ਬ੍ਰਿਤ ਕੋ ਪਾਰੈ। ਉਹ ਫਿਰ ਅੰਤਰਮੁਖ ਬਿਰਤੀ ਨੂੰ ਪਾਲਦਾ, ਭਾਵੇਂ ਤੂੰ ਬਾਹਰੋਂ ਹੀ ਦੇਖ ਲਿਆ ਸਾਡੇ ਸਰੀਰ ਦੇ ਉੱਤੇ ਪੁਸਤੀਨ ਪਾਈ ਹੋਈ, ਪਰ ਤੂੰ ਇਹ ਤਾਂ ਦੇਖਿਆ ਨਹੀਂ, ਖਾਂਦਿਆਂ ਨੂੰ ਵੇਖਿਆ ਤੂੰ ਕਿਆ ਮਾਸ ਕਿਉਂ ਖਾਂਦੇ। ਅੰਤਰਮੁਖ ਬਿਰਤੀ ਹੋ ਜਾਏਗੀ, ਬਾਹਰ ਮੁਖ ਦ੍ਰਿਸ਼ਟੀ 'ਚ ਨਹੀਂ ਰਵੇਗਾ ਫਿਰ ਉਹ। ਸੁਨ ਪੰਡਤ ਉਰ ਲਿਹੋ ਵਿਚਾਰੀ। ਹੇ ਵਿਦਵਾਨ ਪੰਡਤ ਜੀ, ਮਨ 'ਚ ਵਿਚਾਰ ਕਰੋ। ਜਬ ਲੋ ਮਨ ਹੈ ਵਿਸ਼ੇ ਵਿਕਾਰੀ। ਜਦੋਂ ਤੱਕ ਮਨ ਜਿਹੜਾ ਇਹ ਵਿਸ਼ਿਆਂ ਵਿਕਾਰਾਂ ਵਿੱਚ ਪਿਆ ਹੋਇਆ ਹੈ, ਬਾਹਰ ਭੇਖ ਤਬ ਲੋ ਸਭ ਕਾਚਾ। ਤਦੋਂ ਤੱਕ ਕਹਿੰਦੇ ਨੇ ਇਹਦਾ ਬਾਹਰਲਾ ਜਿੰਨਾ ਮਰਜ਼ੀ ਭੇਖ ਬਣਾਵੇ ਕੱਚਾ ਹੀ ਹੈ। ਕਿਉਂਕਿ ਜਦੋਂ ਤੱਕ ਵਿਸ਼ੇ ਵਿਕਾਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਹਨ ਅੰਦਰ, ਜੋ ਮਰਜ਼ੀ ਬਾਹਰੋਂ ਬਣਾ ਲੇ ਤਦੋਂ ਤੱਕ ਕੱਚਾ ਹੀ ਹੈ ਉਸਦਾ। ਸਾਚ ਸੰਗ ਰੰਚਕ ਨਹਿ ਰਾਚਾ। ਤੇ ਸਮਝ ਲਓ ਵੀ ਉਹ ਸੱਚ ਦੇ ਨਾਲ ਇੱਕ ਰਾਈ ਮਾਤਰ ਵੀ ਜਿਹੜਾ ਨਾ ਉਹ ਰੰਗਿਆ ਹੋਇਆ ਨਹੀਂ ਹੈ। ਸਹਿ ਸੀਸ ਜਮ ਡੰਡ ਵਿਸਾਲਾ। ਤੇ ਉਹਨਾਂ ਵਾਸਤੇ ਫੈਸਲਾ ਇਹ ਆ ਰੱਬੀ ਕਿ ਉਹ ਜਮਾਂ ਦਾ ਡੰਡ ਸਿਰ ਤੇ ਸਹਾਰੂਗਾ ਪ੍ਰਲੋਕ ਦੇ ਵਿੱਚ। ਸਦਾ ਫਸੇ ਤ੍ਰਿਸ਼ਨਾ ਕੇ ਜਾਲਾ। ਉਹ ਤ੍ਰਿਸ਼ਨਾ ਦੇ ਜਾਲ ਵਿੱਚ ਫਸੇ ਲੋਕ ਹੁੰਦੇ ਨੇ, ਪੰਡਤ ਜੀ ਸੁਣ ਲਓ। ਕਾਮ ਕ੍ਰੋਧ ਮਦ ਮਾਨ ਮਲੀਨੇ। ਉਹ ਕਾਮ ਕ੍ਰੋਧ ਹੰਕਾਰ ਦੇ ਵਿੱਚ ਮਲੀਨ ਮੈਲੇ ਹੋਏ ਮਨ ਹੁੰਦੇ ਉਹਨਾਂ ਦੇ। ਨਿਜ ਸਰੂਪ ਲਖਹਿ ਨਹਿ ਮਤ ਹੀਨੇ। ਉਹ ਖੋਟੀ ਮਤ ਵਾਲੇ ਆਪਣੇ ਹੀ ਸਰੂਪ ਨੂੰ ਜਾਣ ਨਹੀਂ ਸਕਦੇ। ਸਾਧ ਸੰਗਤ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਨੇ ਹੁਣ ਸਾਨੂੰ ਇੰਨਾ ਪਤਾ ਹੈ ਭਈ ਅਸੀਂ ਸਰੀਰ ਇਨਸਾਨ ਹਾਂ, ਪਰ ਸਾਨੂੰ ਇਹ ਨਹੀਂ ਪਤਾ ਇਨਸਾਨ ਆ ਸਰੀਰ ਤਾਂ ਹੈ, ਇਹ ਸਰੀਰ ਦੇ ਅੰਦਰ ਕੀ ਹੈ ਜੋ ਬੋਲਦਾ ਹੈ, ਦੇਖਦਾ ਹੈ, ਸੁਣਦਾ, ਉਹ ਕੀ ਹੈ? ਉਹ ਸਾਡਾ ਆਪਣਾ ਰੂਪ ਹੈ। ਮਹਾਰਾਜ ਕਹਿੰਦੇ ਆਪਣਾ ਸਰੂਪ ਨਹੀਂ ਪਛਾਣ ਸਕਦੇ। ਪੂਰਬ ਪੁੰਨ ਪੁੰਜ ਹੋਵੇ ਜਬ ਹੀ। ਜਦੋਂ ਪੂਰਬਲੇ ਜਨਮਾਂ ਦੇ ਬਹੁਤੇ ਪੁੰਜ ਇਕੱਠੇ ਚੰਗੇ ਕਰਮ ਹੋ ਜਾਣ, ਮਿਲੇ ਕਿਰਪਾ ਕਰ ਸਤਿਗੁਰ ਤਬ ਹੀ। ਤਾਂ ਪੂਰਾ ਸਤਿਗੁਰੂ ਮਿਲਦਾ ਹੈ ਜਿਹੜਾ ਕਿ ਇਹਨੂੰ ਅੰਦਰ ਦਾ ਸਰੂਪ ਦਿਖਾ ਸਕੇ। ਨਿਜ ਸਰੂਪ ਕੋ ਦੇਹ ਦਿਖਾਈ। ਆਪਣੇ ਨਿਜ ਸਰੂਪ ਨੂੰ ਦਿਖਾ ਦਿੰਦੇ। ਕੀ ਭਈ ਜਿਵੇਂ ਕਿ ਕਹਿੰਦੇ ਬੋਲਿਆ ਕੀ ਜਾਣਾ ਮੈਂ ਕੌਣ, ਤੇ ਮੈਂ ਕੀ ਹਾਂ, ਇਹ ਕਹਿੰਦੇ ਨੇ ਪਤਾ ਲੱਗਦਾ ਪੂਰੇ ਗੁਰੂ ਦੇ ਕੋਲੋਂ ਹੀ। ਭਰਮ ਕਰਮ ਤੇ ਲੇਹ ਛੁਡਾਈ। ਤੇ ਫਿਰ ਪੂਰਾ ਗੁਰੂ ਜਿਹੜਾ ਨਾ ਜਿਹੜੇ ਸੋ ਇਸ ਪਰ ਕਰਮਾਂ ਦਾ ਭਰਮ ਹੈ ਨਾ ਉਹਦੇ ਕੋਲੋਂ ਛੁਡਾ ਲੈਂਦੇ ਨੇ, ਸੱਚੇ ਪਰਮੇਸ਼ਰ ਦੀ ਬੰਦਗੀ ਵਿੱਚ ਜੋੜ ਦਿੰਦੇ ਹਨ। ਹੰਤਾ ਤਿਆਗ ਸਰਬ ਦੁਖ ਹਰਿ ਹੀ। ਉਹ ਫਿਰ ਹੰਗਤਾ ਨੂੰ ਤਿਆਗ ਦਿੰਦੇ ਨੇ, ਸਾਰੇ ਦੁੱਖ ਦੂਰ ਕਰ ਲੈਂਦੇ, ਜਿਹੜੇ ਆਪਣੇ ਹੰਕਾਰ ਨੂੰ ਦੂਰ ਕਰ ਲੈਣ। ਪਰਾ ਲਬਦ ਸੋ ਪੁੰਚਨ ਕਰਹੀ। ਤੇ ਫਿਰ ਉਹ ਜਿਹੜੀ ਵਾਹਿਗੁਰੂ ਨੇ ਮੱਥੇ ਤੇ ਪਰਾਰਬਧ ਲਿਖੀ ਹੈ ਉਸ ਨੂੰ ਭੋਗਦੇ ਹਨ। ਕਾਹੇ ਵਸਤ ਕੀ ਕਰਹਿ ਨਾ ਆਸਾ। ਤੇ ਫਿਰ ਆਸ ਕਿਸੇ ਦੀ ਕਰਦੇ ਨਹੀਂ। ਆਪਣੀ ਪਰਾਰਬਧ ਤੇ ਸ਼ੰਕਰ ਨੇ ਵੀ ਜੋ ਮੇਰੇ ਮਾਲਿਕ ਮਾਥੇ ਜੋ ਤੁਰ ਲਿਖਿਆ ਸੋ ਮਿਟ ਨਾ ਸਕਿਆ ਕੋਈ। ਵਾਹਿਗੁਰੂ ਨੇ ਮੇਰੇ ਮੱਥੇ ਲਿਖਿਆ ਉਹ ਮੈਨੂੰ ਮਿਲਣਾ ਹੀ ਮਿਲਣਾ, ਰੱਬ ਨੇ ਦੇਣਾ ਹੈ। ਇਸ ਵਾਸਤੇ ਨਾ ਕਿਸੇ ਦੀ ਇੱਛਾ ਕਰਨੀ, ਨਾ ਕਿਸੇ ਕੋਲ ਮੰਗਣਾ, ਰੱਬ ਤੇ ਭਰੋਸਾ ਕਰਦੇ ਹਨ। ਫਿਰ ਹਿਰਦੈ ਆਨੰਦ ਸਦੀਵ ਨਿਰਾਸਾ। ਇਸ ਪ੍ਰਕਾਰ ਹਿਰਦੇ ਵਿੱਚ ਆਨੰਦ ਰਹਿੰਦੇ ਨੇ ਤੇ ਦੁਨੀਆ ਤੋਂ ਨਿਰਾਸ਼ ਹੋ ਕੇ ਵਾਹਿਗੁਰੂ ਦੀ ਆਸ ਵਿੱਚ ਜਿਉਂਦੇ ਹਨ। ਇਉਂ ਸਨ ਪੰਡਤ ਬੰਧਨ ਕੀਨੀ। ਇਸ ਤਰੀਕੇ ਦੇ ਨਾਲ ਸੁਣ ਕਰਕੇ
ਸੋ ਮਹਾਰਾਜ ਦੇ ਬਚਨ ਤੇ ਪੰਡਤ ਦਾ ਮਾਨ ਟੁੱਟ ਗਿਆ। ਗੁਰੂ ਸਾਹਿਬ ਦੇ ਚਰਨਾਂ 'ਚ ਨਮਸਕਾਰ ਕੀਤੀ। ਇਹ ਪੰਡਤ ਦਾ ਨਾਮ ਜਿਹੜਾ ਇਹ ਬ੍ਰਹਮਦਾਸ ਆਉਂਦਾ ਤਾਰੀਖ ਦੇ ਵਿੱਚ। ਹਿਰਦੇ ਦਵੈਤ ਮਤ ਰਹਿ ਗਈ ਭੀਨੀ। ਤੇ ਇਹਦੀ ਜਿਹੜੀ ਮਤ ਸੀ ਸੋ ਦਵੈਤ ਵਿੱਚ ਭਿੱਜੀ ਹੋਈ ਰਹਿ ਗਈ, ਜਿਹੜੀ ਸੀ ਦੂਰ ਹੋ ਗਈ। ਅੰਤਰ ਜਾਮੀ ਜਾਨੀ ਔਰ ਕੀ। ਤਾਂ ਅੰਤਰਜਾਮੀ ਗੁਰੂ ਨਾਨਕ ਸਾਹਿਬ ਨੇ ਦੇ ਹਿਰਦੇ ਦੀ ਗੱਲ ਜਾਣ ਲਈ ਹੈ। ਅਸ ਕੋ ਤਾਬ ਸਹਿ ਸਤ ਗੁਰ ਕੀ। ਤੇ ਕਵੀ ਜੀ ਕਹਿੰਦਾ ਕਿਹੜਾ ਹੈ ਜਿਹੜਾ ਮੇਰੇ ਧੰਨ ਸਤਿਗੁਰੂ ਨਾਨਕ ਸਾਹਿਬ ਦੀ ਤਾਬ ਨੂੰ ਝੱਲ ਸਕੇ, ਤੇਜ ਪ੍ਰਤਾਪ ਮੂਹਰੇ ਠਹਿਰ ਸਕੇ। ਕਹਿਓ ਬਚਨ ਪੰਡਤ ਕਿਤ ਜਾਵਹੂੰ। ਤੋ ਇਸ ਪ੍ਰਕਾਰ ਸੋ ਬਚਨ ਕੀਤਾ ਹੈ, ਹੇ ਪੰਡਤ ਜੀ ਕਿੱਥੇ ਜਾਓਗੇ? ਆਪਨੋ ਗੁਰੂ ਕਰੋ ਜਿਤ ਪਾਵਹੋ। ਤੋ ਮਹਾਰਾਜ ਕਹਿਣ ਲੱਗੇ ਪੰਡਤ ਜੀ ਜਾਓ ਕਿਤੇ, ਆਪਣਾ ਕੋਈ ਗੁਰੂ ਬਣਾਓ। ਮੇਰੇ ਗ੍ਰੰਥ ਪੜ੍ਹਿਆ ਗੱਲ ਨਹੀਂ ਬਣਨੀ, ਆਪਣਾ ਗੁਰੂ ਧਾਰਨ ਕਰੋ। ਸੁਨੋ ਸੰਤ ਅਬ ਕਹਿ ਠਾ ਜਾਈ। ਤੇ ਕਹਿੰਦਾ ਮਹਾਰਾਜ ਸੰਤ ਜੀ ਮੈਂ ਗੁਰੂ ਧਾਰਨ ਵਾਸਤੇ ਕਿੱਥੇ ਜਾਵਾਂ? ਗੁਰੂ ਕਰੋ ਤੁਮ ਦੇਹੋ ਬਤਾਈ। ਤੇ ਤੁਸੀਂ ਮੈਨੂੰ ਦੱਸੋ ਮੈਂ ਕਿੱਥੇ ਜਾਵਾਂ ਤੇ ਕਿਹਨੂੰ ਗੁਰੂ ਧਾਰਨ ਕਰਾਂ? ਸੁਨ ਪੁਨ ਬੋਲੇ ਕਿਰਪਾ ਨਿਧਾਨਾ। ਕਿਰਪਾ ਦੇ ਖਜ਼ਾਨੇ ਸਾਹਿਬ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ। ਇਤ ਦਿਸ ਜਾਹੋ ਵੱਡੀ ਉਦਿਆਨਾ। ਮਹਾਰਾਜ ਕਹਿੰਦੇ ਆ ਇਸ ਪਾਸੇ ਉਹ ਵੱਡਾ ਜੰਗਲ ਦਿਸਦਾ, ਉਧਰ ਜਾ, ਤੇਰਾ ਗੁਰੂ ਮਿਲ ਜੂ ਤੈਨੂੰ। ਬੈਠੇ ਸੰਤ ਚਾਰ ਤਿਹ ਥਾਈ। ਕਹਿੰਦੇ ਇੱਥੋਂ ਜਾਏਗਾ ਤੇ ਉੱਥੇ 4 ਸਾਧੂ ਬੈਠੇ ਨੇ ਜੰਗਲ ਵਿੱਚ। ਦੇਖੇ ਜਾਏ ਸੰਤ ਸੁਖ ਰਾਸਾ। ਤੇ ਜਾ ਕਰਕੇ ਉਹਨਾਂ ਦਾ ਦਰਸ਼ਨ ਕਰ। ਤਿਨ ਪੁੱਛੋ ਸੋ ਦੇਹ ਬਤਾਈ। ਉਹਨਾਂ ਨੂੰ ਜਾ ਕਰਕੇ ਪੁੱਛੇਗਾ ਤੇ ਤੈਨੂੰ ਦੱਸ ਦੇਣਗੇ ਕਿਹੜਾ ਤੇਰਾ ਗੁਰੂ ਕਿੱਥੇ ਹੈ। ਤਬ ਪੰਡਤ ਗਮਨਿਓ ਤਿਸ ਪਾਸਾ। ਇਹ ਬ੍ਰਹਮਦਾਸ ਪੰਡਤ ਜਿਹੜਾ ਸੀ ਗਿਆ ਫਿਰ ਉੱਥੇ ਜੰਗਲ ਵਿੱਚ। ਦੇਖੇ ਜਾਏ ਸੰਤ ਸੁਖ ਰਾਸਾ। ਦੇਖੇ ਬੜੇ ਸੁਖ ਦੇਣ ਵਾਲੇ ਸਾਧੂ 4 ਬੈਠੇ ਦੇਖੇ ਇਸਨੇ। ਕਹੀ ਹਕੀਕਤ ਬੰਧਨ ਕਰਕੇ। ਉਹਨਾਂ ਨੂੰ ਜਾ ਕੇ ਨਮਸਕਾਰ ਕੀਤੀ, ਆਪਣੀ ਸਚਾਈ ਦੱਸੀ ਕਿ ਮੈਨੂੰ ਇਸ ਤਰ੍ਹਾਂ ਸੋ ਸੰਤਾਂ ਨੇ ਕਿਹਾ ਵੀ ਗੁਰੂ ਧਾਰਨ ਕਰ ਜਾ ਕੇ। ਦੁਬਦਾ ਰਹਿਓ ਹਿਰਦੇ ਮਹਿ ਭਰ ਕੇ। ਤੇ ਬੜੀ ਭਾਰੀ ਮਨ ਵਿੱਚ ਇਸਦੇ ਦੁਬਦਾ ਭਰੀ ਹੋਈ ਹੈ। ਬੋਲੇ ਸੰਤ ਜਾਣਤ ਹੇਤਾ। ਇਸ ਪ੍ਰਕਾਰ ਇਹ ਜਿਹੜੇ 4 ਸੰਤ ਬੈਠੇ ਸੀ ਇਹਦਾ ਹਿੱਤ ਕਰਕੇ ਬੋਲੇ, ਕਹਿਣ ਲੱਗੇ ਤਬ ਗੁਰ ਆਗੇ ਬੀਚ ਨਕੇਤਾ। ਕਹਿਣ ਲੱਗੇ ਤੇਰਾ ਜਿਹੜਾ ਗੁਰੂ ਆ ਨਾ ਉਹ ਅੱਗੇ ਇੱਕ ਮੰਦਿਰ ਆ, ਉਹਦੇ ਵਿੱਚ ਆ, ਜਾ ਕੇ ਦੇਖ ਲੈ। ਨਿਸ ਦਿਨ ਜਾ ਮਹਿ ਰਹਿ ਹਿਤ ਧਾਰੀ। ਤੇ ਦਿਨੇ ਰਾਤ ਜਿਹਦੇ ਵਿੱਚ ਤੂੰ ਪ੍ਰੇਮ ਧਾਰਿਆ ਹੋਇਆ ਤੇਰਾ ਗੁਰੂ ਅੱਗੇ ਐ। ਕਰਹੋ ਗੁਰੂ ਤਿਹ ਜਾਏ ਅਗਾਰੀ। ਜਾਓ ਅੱਗੇ ਜਾ ਕਰਕੇ ਆਪਣਾ ਗੁਰੂ ਦੇਖ ਲੈ, ਧਾਰਨ ਕਰ ਲੈ ਜਾ ਕੇ। ਸੁਨ ਪੰਡਤ ਆਗੇ ਜਬ ਗਇਓ। ਜਦੋਂ ਇਹ ਬ੍ਰਾਹਮਣ ਪੰਡਤ ਅੱਗੇ ਗਿਆ ਹੈ ਤਾਂ ਇੱਕ ਮੰਦਰ ਤਬ ਦੇਖਤ ਭਇਓ। ਇਸ ਨੇ ਦੇਖਿਆ, ਬੜਾ ਸੋਹਣਾ ਮੰਦਰ ਦੇਖਿਆ ਇਸਨੇ। ਤਿਹ ਮਹਿ ਦੇਖੀ ਸੁੰਦਰ ਨਾਰੀ। ਉੱਥੇ ਕੀ ਤੱਕਦਾ ਬੜੇ ਸੋਹਣੇ ਰੂਪ ਵਾਲੀ ਇੱਕ ਔਰਤ ਹੈ। ਭੂਖਨ ਕੇਰ ਸ਼ਿੰਗਾਰ ਸ਼ਿੰਗਾਰੀ। ਬਹੁਤ ਸੋਹਣੇ ਗਹਿਣੇ ਪਾਏ ਹੋਏ ਨੇ, ਬਹੁਤ ਸ਼ਿੰਗਾਰ ਲਾਏ ਹੋਏ ਨੇ ਇਸਨੇ। ਬਸਤਰ ਕੁਸੁੰਬੀ ਪਹਿਰੇ ਸਾਰੇ। ਕੁਸੁੰਬੀ ਲਾਲ ਰੰਗ ਦੇ ਬੜੇ ਸੋਹਣੇ ਬਸਤਰ ਪਾਏ ਹੋਏ ਐ। ਖੇਲਤ ਅਕੇਲੀ ਅਨੰਦ ਮਝਾਰੇ। ਬੜੇ ਆਨੰਦ ਵਿੱਚ ਕੱਲੀ ਬੜੀ ਮੌਜ ਨਾਲ ਖੇਡ ਰਹੀ ਹੈ ਉੱਥੇ। ਪੰਡਿਤ ਹਿਰਦੇ ਅਸ ਅਨਮਾਨੀ। ਤਾਂ ਮਨ ਵਿੱਚ ਵਿਚਾਰ ਕੀਤਾ ਇਸ ਬ੍ਰਾਹਮਣ ਨੇ, ਸਕਤਵਾਨ ਇਹ ਅਸ ਪਹਿਚਾਨੀ। ਜਾਣਿਆ ਇਹ ਕੋਈ ਸ਼ਕਤੀ ਵਾਲੀ ਔਰਤ ਹੈ। ਸਿਰ ਨਵਾਏ ਜਬ ਬੰਧਨ ਕੀਨੀ। ਤੇ ਉਹਨੂੰ ਜਾ ਕਰਕੇ ਇਸ ਤਰ੍ਹਾਂ ਸਿਰ ਨਵਾ ਕੇ ਨਮਸਕਾਰ ਕੀਤੀ। ਜਦੋਂ ਉਹਦੇ ਕੋਲ ਇਹ ਪਨਹੀ ਇਹ ਕੇ ਸਿਰ ਦੀਨੀ। ਉਸ ਨੇ ਆਪਣੀ ਜੁੱਤੀ ਮਾਰੀ ਇਹਦੇ ਸਿਰ ਦੇ ਵਿੱਚ। ਜਿਸ ਵੇਲੇ ਇਸ ਨੇ ਮੱਥਾ ਟੇਕਿਆ ਤੇ ਉਪਰ ਬਸ ਚਲਤ ਨਾ ਕੋ। ਹੁਣ ਉੱਥੇ ਕੀ ਕਰੇ, ਕੋਈ ਵਸ ਨਹੀਂ ਚੱਲਿਆ ਇਸ ਦਾ। ਹਟਿਓ ਬੇਸੁਰਤ ਪਾਛੇ ਸੋ। ਤੇ ਬੜਾ ਬੇਸੂਰਤ ਝੂਰਦਾ ਹੋਇਆ ਨਾ ਵਾਪਸ ਆ ਗਿਆ ਮੁੜ ਕੇ। ਸੰਤਨ ਕੇ ਸਮੀਪ ਜਬ ਆਇਓ। ਉਹ ਜਿਹੜੇ 4 ਸਾਧੂ ਬੈਠੇ ਸਨ ਉਹਨਾਂ ਕੋਲ ਜਦੋਂ ਆਇਆ ਨਾ ਵਾਪਸ ਮੁੜ ਕੇ, ਹਸੇ ਬਲੋਕਤ ਬਚਨ ਅਲਾਇਓ। ਤੇ ਉਹ ਜਾਣੀ ਜਾਣ ਸਨ ਸਾਧੂ, ਉਹਨਾਂ ਨੇ ਇਹਦੇ ਵੱਲ ਦੇਖ ਕੇ ਹੱਸ ਕੇ ਤੇ ਇਹਨੂੰ ਬਚਨ ਕੀਤਾ। ਪੰਡਤ ਨੂੰ ਕਹਿਣ ਲੱਗੇ ਕਿਉਂ ਤੂਰਨ ਤੂੰ ਮੁੜ ਕੇ ਆਵਾ। ਕੀ ਗੱਲ ਭਾਈ, ਗੁਰੂ ਧਾਰਨ ਗਿਆ ਸੀ, ਬੜੀ ਛੇਤੀ ਮੁੜ ਆਇਆ। ਕੀਓ ਗੁਰੂ ਕਹਿ ਤੋਹੇ ਨਾ ਪਾਵਾ। ਤੈਨੂੰ ਗੁਰੂ ਪ੍ਰਾਪਤ ਹੋਇਆ ਕਿ ਨਹੀਂ ਮਿਲਿਆ ਕੋਈ? ਪੰਡਤ ਲੱਜਤ ਬੋਲਿਓ ਬਾਣੀ। ਬੜਾ ਸ਼ਰਮਿੰਦਾ ਹੋਇਆ ਬੋਲਿਆ ਬਾਣੀ, ਬਚਨ ਕਹਿੰਦਾ ਹੈ ਇਹ ਘਰ ਮਹਿ ਇੱਕ ਨਾਰ ਮਹਾਨੀ। ਮੈਂ ਉੱਥੇ ਦੇਖਿਆ ਉਸ ਮੰਦਿਰ ਘਰ ਦੇ ਵਿੱਚ
ਇੱਕ ਬੜੀ ਸੁੰਦਰ ਔਰਤ ਹੈ ਉੱਥੇ, ਕਰੂਰ ਸੁਭਾਵ ਇਹ ਜਸ ਕੇਰਾ, ਬੜਾ ਕਰੜਾ ਸੁਭਾਅ ਦਾ ਮੈਂ ਦੇਖਿਆ ਹੈ, ਬੇਮੁਹਤਾਜ ਹੈ ਮਾਨ ਕਨੇਰਾ, ਬੜਾ ਹੰਕਾਰ ਹੈ, ਬੜੀ ਬੇਪਰਵਾਹ ਹੈ ਉਹ। ਸੁਨ ਸੰਤਨ ਪੁਨ ਬੈਨ ਅਲਾਇਓ, ਉਹਨਾਂ ਮਹਾਤਮਾ ਲੋਕਾਂ ਨੇ ਬਚਨ ਕੀਤਾ ਸੁਣ ਕੇ ਇਹਦੀ ਗੱਲ ਨੂੰ, ਸੋ ਗੁਰ ਤਬ ਜਿਹ ਮਨ ਲਾਇਓ, ਕਹਿੰਦੇ ਤੇਰਾ ਗੁਰੂ ਉਹੋ ਹੀ ਆ ਜਿਹਦੇ ਵਿੱਚ ਮਨ ਲਾਇਆ ਹੋਇਆ। ਦਿਨੇ ਰਾਤ ਜਿਸ ਮਾਇਆ ਨੂੰ ਪੂਜਦਾ ਹੈ ਉਹ ਮਾਇਆ ਹੈ, ਉਹ ਹੈ ਤੇਰਾ ਗੁਰੂ। ਦਿਨੇ ਰਾਤ ਜਿਹਦੀ ਪੂਜਾ 'ਚ ਲੱਗਿਆ ਰਹਿਣਾ ਤੂੰ। ਨਿਸਾ ਦਿਓਸ ਜਿਹ ਕੀ ਲਿਵ ਉਰ ਮੈਂ, ਜਿਹਦੀ ਲਿਵ ਲੱਗੀ ਦਿਨੇ ਰਾਤ ਤੇਰੇ ਮਨ ਵਿੱਚ, ਉਹ ਹੈ ਤੇਰਾ ਗੁਰੂ। ਲਖੀਐ ਸੋ ਲਖਮੀ ਤਿਹ ਘਰ ਮੈਂ, ਤੇ ਜਾਣ ਲੈ ਉਹ ਲక్ష్ਮੀ ਹੈ ਉਸ ਘਰ ਦੇ ਵਿੱਚ, ਜਿਸ ਲక్ష్ਮੀ ਮਾਇਆ ਦੀ ਦਿਨੇ ਰਾਤ ਪੂਜਾ। ਇੰਨੇ ਗ੍ਰੰਥ ਪੜ੍ਹ ਲਊਂਗਾ, ਇੰਨੀਆਂ ਸਭਾ ਜਿੱਤੂ, ਇੰਨੇ ਪੈਸੇ ਲਊਂਗਾ, ਦਿਨੇ ਰਾਤ ਮਾਇਆ ਹੀ ਸੋਚਦਾ ਹੈ ਤੂੰ। ਜਿਹ ਕੋ ਪਾਏ ਨਹੀਂ ਤ੍ਰਿਪਤਾਨਾ, ਜਿਸ ਨੂੰ ਤੂੰ ਪ੍ਰਾਪਤ ਕਰ ਕਰਕੇ ਰੱਜਿਆ ਨਹੀਂ ਹੈ। ਤ੍ਰਿਸ਼ਨਾ ਅਦਕ ਹੈ ਅਦਕ ਬਧਾਨਾ, ਤੇ ਮਨ ਵਿੱਚ ਤੂੰ ਆਪਣੇ ਤ੍ਰਿਸ਼ਨਾ ਜਿਹੜੀ ਵਧਾਈ ਜਾਂਦਾ ਹੈ ਮਾਇਆ ਦੀ। ਸ੍ਰੀ ਨਾਨਕ ਗਤ ਦਾ ਕੋ ਤਿਆਗੀ, ਦੇਖ ਮੁਕਤੀ ਦੇ ਦਾਤੇ ਉਹ ਗੁਰੂ ਨਾਨਕ ਸਾਹਿਬ ਨੇ ਜਿਹੜਾ ਸੰਤਾਂ ਨੇ ਤੈਨੂੰ ਭੇਜਿਆ, ਕਹਿੰਦੇ ਉਹਨੂੰ ਤੇ ਛੱਡ ਦਿੱਤਾ ਮਹਾਰਾਜ ਨੂੰ। ਪਰਮਤ ਫਿਰਤ ਅਪਰ ਅਨਰਾਗੀ, ਤੇ ਹੋਰ ਪਾਸੇ ਪ੍ਰੇਮੀ ਹੋ ਕੇ ਗੁਰੂ ਲੱਭਦਾ ਫਿਰਦਾ ਹੈ। ਮੁਕਤੀ ਦੇਣ ਵਾਲੇ ਤੇ ਗੁਰੂ ਨਾਨਕ ਹੀ ਆ ਹੁਣ ਇਸ ਸਮੇਂ ਤੇ। ਜਾਏ ਸ਼ਿਮਾ ਪਨ ਕੋ ਕਰਵਾਵੋ, ਜਾਓ ਜਾ ਕੇ ਮੇਰੇ ਸਤਿਗੁਰੂ ਪਾਤਸ਼ਾਹ ਤੋਂ ਮੁਆਫੀ ਮੰਗੋ, ਜਾ ਕੇ ਖਿਮਾ ਮੰਗੋ ਜਾ ਕੇ ਗੁਰੂ ਸਾਹਿਬ ਤੋਂ। ਸਰਦਾ ਧਰ ਅਡੋਲ ਮਨ ਲਾਭ ਹੋ, ਤਾਂ ਮਨ ਨੂੰ ਅਡੋਲ ਕਰਕੇ ਸ਼ਰਧਾ ਵਿਸ਼ਵਾਸ ਕਰਕੇ ਗੁਰੂ ਚਰਨਾਂ 'ਚ ਮਨ ਲਾਓ ਜਾ ਕੇ। ਕਰਹੁ ਗੁਰੂ ਗਤ ਹੋਵੇ ਤੇਰੀ, ਜਾ ਕੇ ਇਹ ਪੰਡਤ ਜੀ ਗੁਰੂ ਨਾਨਕ ਨੂੰ ਗੁਰੂ ਧਾਰਨ ਕਰੋ, ਤੁਹਾਡੀ ਕਲਿਆਣ ਹੋ ਜੂਗੀ। ਬਹੁਰ ਨ ਪਾਵਹਿ ਜਗ ਮਹਿ ਫੇਰੀ, ਫੇਰ ਮੁੜ ਕੇ ਸੰਸਾਰ 'ਚ ਤੁਹਾਨੂੰ ਜਨਮ ਨਹੀਂ ਫੇਰਾ ਨਹੀਂ ਪਵੇਗਾ, ਤੁਹਾਡਾ ਮੁਕਤੀ ਮਿਲ ਜਾਏਗੀ। ਸੁਨ ਪੰਡਤ ਸ਼ਰਧਾ ਧਰ ਭੂਰੀ, ਛਾਟੋ ਪੰਡਤ ਨੂੰ ਵਿਸ਼ਵਾਸ ਆ ਗਿਆ, ਸ਼ਰਧਾ ਧਾਰ ਕੇ ਗੁਰੂ ਸਾਹਿਬ ਦੇ ਵਿੱਚ ਪਹੁੰਚਾ ਹੈ ਕੋਲ। ਆਨ ਲੀਨ ਪੰਕਜ ਪਦ ਧੂਰੀ, ਆਣ ਕੇ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਧੂੜ ਮੱਥੇ ਤੇ ਲਾਈ ਇਸਨੇ। ਪੁਰ ਤੇ ਸਗਰੀ ਦਵੈਤ ਬਿਸਾਰੀ, ਤਾਂ ਸਾਰੀ ਮਨ ਚੋਂ ਦੁਬਿਧਾ ਇਸਨੇ ਦੂਰ ਕਰ ਲਈ ਹੈ। ਬਹੁਲ ਲੈਨ ਭਇਓ ਅਧਿਕਾਰੀ, ਮਹਾਰਾਜ ਦੇ ਚਰਨਾਂ ਦੇ ਵਿੱਚੋਂ ਪਾਹੁਲ ਚਰਨ ਪਾਹੁਲ ਲੈਣ ਦਾ ਅਧਿਕਾਰੀ ਬਣ ਗਿਆ, ਸਿੱਖ ਬਣਨ ਦਾ। ਸ੍ਰੀ ਗੁਰ ਕਰ ਇਉ ਦੁਰਮਤ ਦੂਰੀ, ਧੰਨ ਮੇਰੇ ਸਤਿਗੁਰੂ ਪਾਤਸ਼ਾਹ ਨੇ ਇਉਂ ਕਿਰਪਾ ਕਰਕੇ ਇਹਦੀ ਜਿਹੜੀ ਖੋਟੀ ਮੱਤ ਸੀ ਨਾ ਉਹ ਦੂਰ ਕਰ ਦਿੱਤੀ। ਦੇਤ ਭਏ ਪਦ ਪਾਹੁਲ ਰੂਰੀ, ਸੁੰਦਰ ਆਪਣੇ ਚਰਨਾਂ ਦੀ ਪਾਹੁਲ ਚਰਨ ਅੰਮ੍ਰਿਤ ਮਹਾਰਾਜ ਛਕਾ ਦਿੱਤਾ ਇਸ ਦੇ ਤਾਈਂ। ਧਰਮਸ਼ਾਲਾ ਮਹਿ ਸੋ ਬੈਸਾਇਓ, ਤਾਂ ਇਸ ਪ੍ਰਕਾਰ ਤੇ ਉਸ ਨੂੰ ਹੁਣ ਵਿਦਵਾਨ ਤਾਂ ਸੀ ਹੀ, ਉਸ ਨੂੰ ਮਹਾਰਾਜ ਨੇ ਸਿੱਖ ਬਣਾ ਕਰਕੇ ਤੇ ਧਰਮਸਾਲ ਦੇ ਵਿੱਚ ਬਿਠਾ ਦਿੱਤਾ। ਹੁਣ ਸੰਗਤਾਂ ਨੂੰ ਉਪਦੇਸ਼ ਕਰਿਆ ਕਰ, ਨਾਲੇ ਕਮਾਇਆ ਕਰ। ਨਾਮਦਾਨ ਇਸ਼ਨਾਨ ਦਰੜਾਇਓ, ਨਾਮਦਾਨ ਇਸ਼ਨਾਨ ਮਹਾਰਾਜ ਨੇ ਪਰਪੱਕ ਕਰਾ ਦਿੱਤਾ ਇਹਨਾਂ ਲੋਕਾਂ ਨੂੰ। ਸਿੱਖੀ ਮਾਰਗ ਮਹਿ ਬਹੁ ਨਰ ਆਏ, ਧੰਨ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਬਹੁਤ ਲੋਕ ਵੇ ਸਿੱਖ ਬਣ ਗਏ। ਆਮ ਤੌਰ ਤੇ ਬਹੁਤੇ ਲੋਕ ਇਹ ਪੰਡਤ ਬ੍ਰਾਹਮਣੀ ਸਨ ਇੱਧਰ ਕਸ਼ਮੀਰ ਦੇ। ਸਿਮਰਹਿ ਸਤਿਗੁਰ ਕੋ ਲਿਵ ਲਾਏ, ਤੇ ਫਿਰ ਲਿਵ ਲਾ ਕਰਕੇ ਬੜੇ ਪ੍ਰੇਮ ਨਾਲ ਸਿਮਰਨ ਕਰਿਆ ਕਰਦੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਖਸ਼ੇ ਹੋਏ ਨਾਮ ਦਾ। ਕਿਤਕ ਦਿਵਸ ਗੁਰ ਰਾਖਿਓ ਡੇਰਾ, ਕਿੰਨੇ ਕ ਦਿਨ ਮੇਰੇ ਧੰਨ ਗੁਰੂ ਨਾਨਕ ਸਾਹਿਬ ਨੇ ਇੱਥੇ ਡੇਰਾ ਰੱਖਿਆ ਇਹਨਾਂ ਨਗਰੀ ਦੇ ਵਿੱਚ। ਭਾਉ ਭਗਤ ਵਿਸਤਾਰ ਕਨੇਰਾ, ਬਹੁਤ ਪ੍ਰੇਮਾ ਭਗਤੀ ਦਾ ਮਹਾਰਾਜ ਨੇ ਵਿਸਤਾਰ ਕੀਤਾ, ਲੋਕਾਂ ਨੂੰ ਪ੍ਰੇਮ ਜਗਾਇਆ ਭਗਤੀ ਕਰਨ ਵਿੱਚ। ਤਹ ਤੇ ਵਿਦਾ ਹੋਏ ਬਰਿਆਈ, ਤੇ ਫਿਰ ਮੇਰੇ ਸਤਿਗੁਰੂ ਪਾਤਸ਼ਾਹ ਮੱਲੋ ਜੋਰੀ ਉੱਥੋਂ ਅੱਗੇ ਚੱਲੇ ਹਨ। ਅਪਰ ਥਾਨ ਗਮਨੇ ਜਗ ਸਾਈ, ਮੇਰੇ ਜਗਤ ਸੁਆਮੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਅੱਗੇ ਹੋਰ ਥਾਂ ਦੇ ਉੱਤੇ ਹੁਣ ਜਾ ਕਰਕੇ ਜਿਸ ਤਰੀਕੇ ਦੇ ਨਾਲ ਹੋਰ ਦੁਨੀਆ ਨੂੰ ਉਪਦੇਸ਼ ਦੇ ਕੇ ਪ੍ਰੇਮਾ ਭਗਤੀ ਦੇ ਰਸਤੇ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੋੜਦੇ ਹਨ, ਤੋਂ ਅਗਲੇ ਸਮੇਂ ਵਿੱਚ ਸਰਵਣ ਕਰਾਂਗੇ। ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਤੋਂ ਅੱਗੇ ਮੇਰੇ ਸਤਿਗੁਰੂ ਜੀ ਦਾ ਹੋਰ ਜਸ ਜਿਹੜਾ ਹੈ ਸਰਵਣ ਕਰ ਸਕੀਏ। ਇਹ ਲੜੀਵਾਰ ਕਥਾ ਇਤਿਹਾਸ ਦੀ ਜੋ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਰੋਜ਼ਾਨਾ ਇਸ ਟਾਈਮ 'ਤੇ ਹੁੰਦੀ ਹੈ, ਅਤੇ ਗੁਰੂ ਦੀ ਕਿਰਪਾ ਦਾ ਸਦਕਾ ਘਰਾਂ ਦੇ ਵਿੱਚ ਵੀ ਇੰਟਰਨੈਟ ਦੇ ਉੱਤੇ ਤੁਸੀਂ gurdwara.com ਪਾ ਕਰਕੇ ਘਰਾਂ ਵਿੱਚ ਵੀ ਬੈਠੇ ਸੁਣ ਸਕਦੇ ਹੋ। ਇਸ ਟਾਈਮ ਦੇ ਉੱਤੇ ਸਤਿਗੁਰੂ ਜੀ ਬਖਸ਼ਿਸ਼ ਕਰਨ, ਸਤਿਗੁਰਾਂ ਦਾ ਉਪਦੇਸ਼ ਹਿਰਦੇ ਵਸੇ, ਜਿਸ ਦੇ ਧਾਰਨੀ ਹੋ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਬਰਕਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਹਿਬ ਸੁਮੇਲ ਦੀ ਦਾਤ ਪ੍ਰਾਪਤ ਹੋਵੇ। ਤਹ ਤੇ ਵਿਦਾ ਹੋਏ ਬਰਿਆਈ, ਅਪਰ ਥਾਨ ਗਮਨੇ ਜਗ ਸਾਈ, ਅਨਕ ਨਰਨ ਕੋ ਕੀਨ ਉਧਾਰਾ, ਗਰਬਨ ਕੋ ਜਿਨ ਗਰਬ ਨਿਵਾਰਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।